वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 41। ਜਹਾਂਗੀਰ ਤੋਂ ਲੈ ਕੇ ਮਿਰਜ਼ਾ ਅਹਿਮਦ, ਜੋ ਮੁਹੰਮਦ ਸ਼ਾਹ ਰੰਗੀਲੇ ਦਾ ਪੁੱਤਰ ਸੀ, ਦੇ ਅੰਤ ਲਈ ਮੌਤ ਜ਼ਿੰਦਗੀ ਦੋਵੇਂ ਇੱਕ ਸਮਾਨ ਸਨ। ਮੈਦਾਨ ਵਿੱਚ ਜੂਝ ਮਰਨਾ ਜਾਂ ਗ੍ਰਿਫਤਾਰੀ ਦੀ ਹਾਲਤ, ਧਰਮ ਦੀ ਉੱਚੀ ਸ਼ਾਨ ਲਈ ਸ਼ਹਾਦਤ ਦਾ ਜਾਮ ਪੀਣਾ, ਇਹਨਾਂ ਸ਼ਹਾਦਤਾਂ ਨੂੰ ਅੱਜ ਤੱਕ ਕੋਈ ਲਿਖਤ ਵਿੱਚ ਨਹੀਂ ਲਿਆ ਸਕਿਆ। ਮੁਗਲ ਹਿੰਦੁਸਤਾਨ ਨੂੰ ਆਪਣੇ ਪਿਓ ਦਾਦੇ ਦੀ ਮਰੂਸੀ ਜਾਇਦਾਦ ਸਮਝਦੇ ਆ ਰਹੇ ਸਨ। ਉਹ ਆਪਣੇ ਆਪ ਨੂੰ ਮਹਾਬਲੀ ਅਤੇ ਅਜਿੱਤ ਖਿਆਲ ਕਰਦੇ ਸਨ। ਆਪਣੀ ਹਕੂਮਤ ਨੂੰ ਰੱਬੀ ਰਹਿਮਤ ਅਤੇ ਬਾਦਸ਼ਾਹ ਨੂੰ ਰੱਬ ਦਾ ਪਰਛਾਵਾਂ ਕਹਿੰਦੇ ਅਤੇ ਸਮਝਦੇ ਸਨ। ਮੁਫਤੀਆਂ ਅਤੇ ਕਾਜ਼ੀਆਂ ਦੀਆਂ ਧਾੜਾਂ ਉਹਨਾਂ ਦਾ ਸਿਰ ਫੇਰਨ ਲਈ ਹਰ ਪਲ ਲੱਕ ਬੰਨ੍ਹੀ ਸਰਗਰਮ ਸਨ। ਹਿੰਦਵੈਣ ਨੂੰ ਉਹਨਾਂ ਕਾਫੀ ਭੈ-ਭੀਤ ਕੀਤਾ ਹੋਇਆ ਸੀ। ਇਹਨਾਂ ਵਿੱਚ ਪਸਰੀ ਜਾਤ ਪਾਤ ਦੀ ਵੰਡ, ਆਪਸੀ ਫੁੱਟ ਅਤੇ ਸੈਂਕੜੇ ਸਾਲਾਂ ਦੀ ਲਗਾਤਾਰ ਗੁਲਾਮੀ ਨੇ ਇਹਨਾਂ ਨੂੰ ਅਸਲੋਂ ਬਲਹੀਨ, ਸਾਹਸਹੀਨ ਅਤੇ ਅਣਖਹੀਣ ਬਣਾ ਕੇ ਰੱਖ ਦਿੱਤਾ ਸੀ। ਸਮੁੱਚੀ ਕੌਮ ਵਿੱਚ ਕੋਈ ਸਾਹ ਸੱਤ ਨਹੀਂ ਸੀ ਰਹਿ ਗਿਆ। ਸਿਰੇ ਦਾ ਜਲੀਲ ਤੋਂ ਜਲੀਲ ਜੀਵਨ, ਜਿਸ ਨੂੰ ਜੀਵਨ ਕਹਿਣਾ ਹੀ ਪਾਪ ਹੈ, ਬਿਤਾ ਰਹੇ ਸਨ। ਬਹੁ ਗਿਣਤੀ ਵਿੱਚ ਹੁੰਦੇ ਹੋਏ ਵੀ ਥੋੜ੍ਹੀ ਗਿਣਤੀ ਦੇ ਹੱਥੋਂ ਨਰਕ ਭੋਗ ਰਹੇ ਸਨ। ਕੋਈ ਮਾਈ ਦਾ ਲਾਲ ਬਿਰਕਦਾ ਨਹੀਂ ਸੀ। ਆਪਣੇ ਆਪ ਨੂੰ ਬ੍ਰਹਮਾ ਦੀ ਔਲਾਦ ਅਖਵਾਉਣ ਵਾਲੇ ਅਤੇ ਬਾਕੀ ਲੁਕਾਈ ਨਾਲੋਂ ਐਵੇਂ ਬਦੋ-ਬਦੀ ਸਰਵਸ਼੍ਰੇਸ਼ਟ ਬਣੇ ਹੋਏ ਬ੍ਰਾਹਮਣ ਜਨ ਸਧਾਰਨ ਦੀ ਕਿਰਤ ਲੁੱਟ ਖਾਂਦਿਆਂ, ਜਿਨ੍ਹਾਂ ਦੀਆਂ ਪੀੜ੍ਹੀਆਂ ਦੇ ਦੰਦ ਘਸ ਗਏ ਸਨ, ਬਿਖੜੀ ਘੜੀ ਉਹਨਾਂ ਦੀ ਕੋਈ ਵੀ ਸਹਾਇਤਾ ਕਰਨੋਂ ਅਸਮਰੱਥ ਸਨ। ਚਮਗਿੱਦੜਾਂ ਵਾਂਗ ਉਲਟੇ ਲਟਕਦੇ ਦਿਨ ਕਟੀ ਕਰ ਰਹੇ ਸਨ। ਕੀ ਮਜਾਲ ਕੋਈ ਉੱਚੀ ਸਾਹ ਵੀ ਲੈ ਜਾਵੇ। ਮੁਸਲਮਾਨ ਦੀ ਘੂਰੀ ਇੱਕ ਵੱਡਿਓਂ ਸਾਰਿਆਂ ਦੀ ਜਾਨ ਕੱਢ ਸੁੱਟਣ ਲਈ ਕਾਫੀ ਸੀ। ਉਸ ਵੇਲੇ ਦਾ ਵਰਣਨ ਇਤਿਹਾਸਾਂ ਵਿੱਚ ਇੰਜ ਦਰਜ ਹੈ। ਜਨੇਊ ਟਿੱਕੇ ਲੱਥ ਰਹੇ ਸਨ। ਮੰਦਰ ਢਹਿ ਢੇਰੀ ਕਰਵਾ ਕੇ ਇਹਨਾਂ ਦੇ ਹੱਥੋਂ ਹੀ ਬੇਗਾਰ ਵਿੱਚ ਮਸੀਤਾਂ ਉਸਰ ਰਹੀਆਂ ਹਨ। ਸਤਵੰਤੀਆਂ ਦੇ ਸੱਤ ਪੱਤ ਭੰਗ ਹੋ ਰਹੇ ਹਨ। ਸੱਯਦਾਂ ਦੀਆਂ ਪਾਲਕੀਆਂ ਚੁੱਕਣ ਲਈ ਬ੍ਰਾਹਮਣ ਫੜ ਕੇ ਬੇਗਾਰ ਵਿੱਚ ਲਾਏ ਜਾਂਦੇ ਹਨ। ਪਾਲਕੀ ਵਿੱਚ ਬੈਠਾ ਸੱਯਦ ਹੁੱਕਾ ਗੁੜਗੁੜਾ ਰਿਹਾ ਹੈ। ਉਹ ਜਿਸ ਪਾਸੇ ਬਲਗਮ ਸੁੱਟੇਗਾ, ਉਸ ਪਾਸੇ ਦਾ ਨਾਲ ਤੁਰਿਆ ਜਾਂਦਾ ਜਾਂ ਪਾਲਕੀ ਚੁੱਕੀ ਜਾਂਦਾ ਬ੍ਰਾਹਮਣ ਬਲਗਮ ਨੂੰ ਬੁੱਕ ਵਿੱਚ ਪੁਆ ਕੇ ਥੱਲੇ ਸੁੱਟੇਗਾ। ਹੋਰ ਇਹਨਾਂ ਨੂੰ 3 ਮਹੀਨਿਆਂ ਜੋਗਾ ਹੀ ਅਨਾਜ ਰੱਖਣ ਦੀ ਆਗਿਆ ਹੈ। ਤਵਾ ਲੋਹੇ ਦਾ ਨਹੀਂ, ਮਿੱਟੀ ਦਾ ਰੱਖਣ ਦੀ ਆਗਿਆ ਹੈ। ਜਜੀਆ ਬੜੀ ਸਖਤੀ ਨਾਲ ਵਸੂਲ ਕੀਤਾ ਜਾ ਰਿਹਾ ਹੈ। 13 ਸਾਲ ਦਾ ਬੱਚਾ ਬੱਚੀ ਹੋ ਜਾਵੇ ਤਾਂ ਪਿੰਡ ਦੇ ਚੌਧਰੀ ਜਾਂ ਮੌਲਵੀ ਨੂੰ ਇਤਲਾਹ ਦੇਣੀ ਪੈਂਦੀ ਹੈ। ਉਸ ਦੀ ਆਗਿਆ ਤੋਂ ਬਿਨਾਂ ਵਿਆਹ ਨਹੀਂ ਹੋ ਸਕਦਾ। ਲਿਖਤੀ ਇਜਾਜ਼ਤ ਤੋਂ ਬਿਨਾਂ ਕੁੰਭ ਦੇ ਮੇਲੇ ਜਾਂ ਹੋਰ ਤੀਰਥਾਂ ਤੇ ਨਹੀਂ ਜਾਇਆ ਜਾ ਸਕਦਾ। ਸਾਰੇ ਹੀ ਤੀਰਥਾਂ ਤੇ ਜਾਣ ਲਈ ਵਿਸ਼ੇਸ਼ ਟੈਕਸ ਲੱਗਾ ਹੋਇਆ ਹੈ। ਕੇਸ ਦਾੜ੍ਹੀ ਰੱਖਣਾ ਮਨ੍ਹਾ ਹੈ। ਸਫੈਦ ਰੰਗ ਦੀ ਪਗੜੀ ਬੰਨ੍ਹਣ ਅਤੇ ਅਰਬੀ ਨਸਲ ਦੇ ਘੋੜੇ ਦੀ ਸਵਾਰੀ ਹਿੰਦੂ ਨੂੰ ਮਨ੍ਹਾ ਹੈ। ਕੇਵਲ ਲਾਲ ਰੰਗ ਦੀ ਪੱਗ ਬੰਨ੍ਹ ਸਕਦੇ ਹਨ। ਜਲਸੇ ਜਲੂਸ ਮਨ੍ਹਾ। ਮੰਦਰਾਂ ਵਿੱਚ ਸ਼ੰਖ ਅਤੇ ਟੱਲੀ ਵਜਾਉਣ ਦੀ ਆਗਿਆ ਨਹੀਂ। ਖੂਬਸੂਰਤ ਲੜਕੀਆਂ ਜ਼ਬਰਦਸਤੀ ਲੌਡੀਆਂ ਬਣਾਈਆਂ ਜਾ ਰਹੀਆਂ ਹਨ। ਅਣਦਾੜੀਏ ਸੋਹਣੇ ਮੁੰਡੇ ਗੁਲਾਮ ਬਣਾਏ ਜਾ ਰਹੇ ਹਨ। ਮਸੀਤਾਂ ਅੰਦਰ ਕੁੱਤੇ ਵੜਨੋਂ ਮੋੜਨ ਲਈ ਬੂਹੇ ਤੇ ਇੱਕ ਮਜਲੂਮ ਖੜ੍ਹੇ ਹਨ। ਮੌਲਵੀਆਂ ਦੇ ਸੁਥਣੇ ਤਹਿਮਤ ਧੋਣੇ ਅਤੇ ਚਿਲਮਾਂ ਭਰ ਕੇ ਹੁੱਕੇ ਤਾਜ਼ੇ ਕਰਨ ਦੀ ਸੇਵਾ ਇਹਨਾਂ ਬਦਕਿਸਮਤਾਂ ਦੇ ਜਿੰਮੇ ਹੈ। ਕਿਸੇ ਹਿੰਦੂ ਦਾ ਗਾਂ ਬੌਲਦ ਮਰਨ ਤੋਂ ਪਹਿਲਾਂ ਮੁਹੱਲੇ ਦੇ ਮੌਲਵੀ ਨੂੰ ਸੂਚਨਾ ਦੇਣੀ ਜ਼ਰੂਰੀ ਹੈ, ਤਾਂ ਕਿ ਬਿਮਾਰੀ ਨਾਲ ਮਰ ਵੀ ਨਾ ਜਾਵੇ। ਜਿਸ ਨਾਲ ਇੰਜ ਮਰ ਗਿਆ, ਉਸ ਤੇ ਫਿਰ ਕਹਿਰ ਟੁੱਟਦਾ ਹੈ। ਗਾਂ ਬੌਲਦ ਦੇ ਵੱਛੇ ਵੱਛੀਆਂ ਗਲੀ ਮੁਹੱਲੇ ਅਤੇ ਚੌਂਕਾਂ ਵਿੱਚ ਜਿੰਬਾਹ ਹੋ ਰਹੇ ਹਨ ਅਤੇ ਖੁਰ, ਪੂਛ ਅਤੇ ਆਂਦਰਾਂ ਆਦਿ ਚੁੱਕ ਕੇ ਦੂਰ ਸੁੱਟਣਾ ਇਹਨਾਂ ਬ੍ਰਾਹਮਣਾਂ ਦੇ ਜਿੰਮੇ ਹੈ। ਫਿਰ ਗੋਸ਼ਤ ਦੀਆਂ ਢੇਰੀਆਂ ਆਪਣੀਆਂ ਪ੍ਰਾਂਤਾਂ ਵਿੱਚ ਪਾ ਕੇ ਵੱਖ-ਵੱਖ ਮੁਸਲਮਾਨਾਂ ਦੇ ਘਰਾਂ ਵਿੱਚ ਛੱਡ ਕੇ ਆਉਣ ਦੀ ਸੇਵਾ ਵੀ ਇਹਨਾਂ ਸਿਰ। ਅਹੈਦੀਆਂ ਦੀਆਂ ਮੰਜੀਆਂ ਵੀ ਇਹਨਾਂ ਬੇਆਵਾਜ਼ ਗਰੀਬਾਂ ਦੇ ਮੋਢਿਆਂ ਤੇ ਹਨ।
ਜੋ ਪਿੰਡੋ ਪਿੰਡੀ ਚੁੱਕੀ ਫਿਰਦੇ ਹਨ। ਕਾਜੀ ਦੀ ਅਦਾਲਤ ਵਿੱਚ ਮੁਸਲਮਾਨ ਦੇ ਵਿਰੁੱਧ ਸੱਚਾ ਹੁੰਦਾ ਹੋਇਆ ਵੀ ਹਿੰਦੂ ਹੱਕ ਗਵਾ ਬੈਠਦਾ ਹੈ। ਮੁਸਲਮਾਨ ਦੇ ਵਿਰੁੱਧ ਕਾਫਰ ਕਿਵੇਂ ਸੱਚਾ ਹੋ ਸਕਦਾ? ਸਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਦੂਜੀ ਛਾਪ ਵਿੱਚ ਸੁਲਤਾਨ ਅਲਾਉਦੀਨ ਖਿਲਜੀ ਅਤੇ ਕਾਜੀ ਮਸ਼ੀਸ਼ ਮੁਗਲਸ ਦੇ ਸਵਾਲ ਜਵਾਬ ਦਾ ਜ਼ਿਕਰ ਕਰਦੇ ਹਨ। ਜੇ ਖਰਾਜ ਵਸੂਲਣ ਵਾਲਾ ਖਰਾਜ ਦੇਣ ਆਵੇ ਅਤੇ ਮੰਗੇ, ਦੇਣ ਵਾਲਾ ਹਿੰਦੂ ਮੂੰਹ ਅੱਡ ਕੇ ਉਸ ਦੀ ਬਲਗਮ ਨੂੰ ਵੀ ਮੂੰਹ ਵਿੱਚ ਸੁਟਵਾ ਲਵੇ ਅਤੇ ਗਿਲਾਨੀ ਮਹਿਸੂਸ ਨਾ ਕਰੇ, ਖੁਸ਼ੀ ਖੁਸ਼ੀ ਸੁਟਵਾ ਲਵੇ। ਇਹ ਹਨ ਉਸ ਵੇਲੇ ਦੇ ਕੁੰਭੀ ਨਰਕ ਵਰਗੇ ਜੀਵਨ ਦੇ ਕੁਝ ਕੁ ਨਮੂਨੇ ਮਾਤਰ ਨਜ਼ਾਰੇ, ਜਿਨ੍ਹਾਂ ਬਾਰੇ ਲਾਲਾ ਦੌਲਤ ਰਾਏ ਜੀ ਨੇ ਵੀ ਆਪਣੀ ਪ੍ਰਸਿੱਧ ਪੁਸਤਕ ਸਵਾਨਹ ਉਮਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਵਿੱਚ ਵਿਸਥਾਰ ਨਾਲ ਤਾਰੀਖੀ ਹਵਾਲਿਆਂ ਸਮੇਤ ਬਿਆਨ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਉਹ ਘਿਨਾਉਣੇ ਦ੍ਰਿਸ਼ ਹਨ ਜਿਨ੍ਹਾਂ ਦਾ ਵਰਣਨ ਕਰਦਿਆਂ ਕਲੇਜਾ ਮੂੰਹ ਨੂੰ ਆਉਂਦਾ ਹੈ, ਪਰ ਇਹ ਭਾਰਤੀ ਲੋਕ ਪਸ਼ੂਆਂ ਵਾਂਗ ਬੇਬਸ ਹੋ ਕੇ ਆਪਣੀਆਂ ਜਾਨਾਂ ਉੱਤੇ ਇਹ ਨਰਕ ਭੋਗੀ ਜਾਂਦੇ ਰਹੇ। ਉੱਤਮ ਜਾਤੀ ਵਾਲਿਆਂ ਚੋਂ ਇਸ ਦੇ ਉਲਟ ਹੱਕ ਇਨਸਾਫ ਲਈ ਕਿਸੇ ਦੀ ਜੁਰਤ ਨਹੀਂ ਪਈ ਕਿ ਉੱਚੀ ਉਭਾਸਰ ਵੀ ਸਕੇ। ਸ਼ੰਕਰ ਆਚਾਰੀਏ, ਰਿਸ਼ੀ ਮੁਨੀ, ਦੰਡੀ ਸਵਾਮੀ, ਜੋਗੀ ਜੰਗਮ ਅਤੇ ਨਾਥ ਗੁਸਾਈ ਕਿਧਰੇ ਗੁਫਾ ਖੁਡਾਵਾਂ ਵਿੱਚ ਵੜ ਕੇ ਦਮ ਉਲਟਾ ਗਏ। ਸਿਰਾਂ ਤੇ ਪੰਡ ਪੰਡ ਜੜਾਵਾਂ ਚੁੱਕੀ ਫਿਰਨ ਵਾਲੇ ਅਤੇ ਸਵਾਹ ਨਾਲ ਪਿੰਡਾ ਲਬੇੜੀ ਫਿਰਨ ਵਾਲੇ ਇਸ ਔਖੀ ਘੜੀ ਵੇਲੇ ਰੋਂਦੀ ਕੁਰਲਾਉਂਦੀ ਲੁਕਾਈ ਦੀ ਬਾਂਹ ਫੜਨ ਦੀ ਥਾਂ ਉਸ ਨੂੰ ਉਸੇ ਹਾਲਤ ਵਿੱਚ ਛੱਡ ਕੇ ਕਿਧਰੇ ਪਤਾਲ ਵਿੱਚ ਜਾ ਲੁਕੇ। ਅੱਜ ਦਾ ਸਾਧੂ ਸਮਾਜ ਜੋ ਦੂਜਿਆਂ ਨਾਲੋਂ ਵੱਧ ਭੂਤਰਿਆ ਫਿਰਦਾ ਹੈ, ਗਊ ਪੂਜ ਅਤੇ ਗਊ ਰਕਸ਼ਕ ਵੀ ਹੈ। ਸਾਰਾ ਟਿੱਲ ਲਾ ਕੇ ਵੀ ਭਾਰਤ ਵਰਸ਼ ਦੀ ਪਹਿਲੀ ਅਤੇ ਹੋਣ ਵਾਲੀ ਰਾਜਧਾਨੀ ਵਿੱਚ ਹੁੰਦਾ ਗਊ ਵੱਧ ਰੁਕਵਾ ਨਹੀਂ ਸਕਿਆ, ਜਦ ਕਿ ਹੁਣ ਰਾਜ ਸੱਤਾ ਵੀ ਗਊ ਪੂਜ ਲੋਕਾਂ ਦੇ ਹੱਥ ਵਿੱਚ ਹੈ। ਇਹ ਰੂਹਾਨੀਅਤ ਦੇ ਆਗੂ ਉਸ ਵੇਲੇ ਕੀ ਕਰ ਸਕਣ ਦੇ ਸਮਰੱਥ ਸਨ, ਜਦ ਕਿ ਰਾਜ ਉਹਨਾਂ ਦਾ ਸੀ ਜਿਨ੍ਹਾਂ ਲਈ ਵਧੀਆ ਅਤੇ ਸੁਆਦਲੀ ਖੁਰਾਕ ਹੀ ਗਊ ਮਾਤਾ ਦਾ ਗੋਸ਼ਤ ਹੈ। ਇਸ ਜ਼ੁਲਮ ਜਬਰ ਦੀ ਦਾਸਤਾਨ ਬਹੁਤ ਲੰਮੀ ਹੈ। ਇਹ ਅਣਮਨੁੱਖੀ ਰਾਜ ਪਤਾ ਨਹੀਂ ਕਿੰਨਾ ਚਿਰ ਹਿੰਦੂਆਂ ਨੂੰ ਮੌਤ ਵਰਗੀ ਨੀਂਦ ਸੁਆਈ ਰੱਖਦਾ। ਧਰਮ ਦੀ ਹੋ ਰਹੀ ਗਿਲਾਨੀ, ਭਗਵਾਨ ਜਰੀ ਜਾਂਦਾ ਅਤੇ ਪਤਾ ਨਹੀਂ ਵੇਦਾਂ ਦੇ ਗਿਆਨ ਦੀ ਵਾਰਸ ਬ੍ਰਹਮਾ ਜੀ ਦੀ ਅਖੌਤੀ ਅੰਸ਼ ਕਿੰਨਾ ਕੁ ਚਿਰ ਘੇਸਲ ਮਾਰ ਕੇ ਪਈ ਰਹਿੰਦੀ, ਜੇ ਗੁਰੂ ਨਾਨਕ ਦੇਵ ਜੀ ਆਪਣੀ ਸਿੰਘ ਨਾਦ ਨਾਲ ਇਹ ਨੀਂਦ ਨਾ ਤੋੜਦੇ ਅਤੇ ਭਾਰਤ ਨੂੰ ਨਾ ਜਗਾਉਂਦੇ। ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ। ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਪੰਥ ਨੂੰ ਦਸ਼ਮੇਸ਼ ਜੀ ਨੇ ਪੂਰਨਤਾ ਬਖਸ਼ੀ। ਗੁਰੂ ਨਾਨਕ ਦੇ ਮਾਰਗ ਤੇ ਚੱਲਣ ਵਾਲੇ ਸਿੱਖ ਅਖਵਾਏ ਅਤੇ ਇਸ ਮਾਰਗ ਦਾ ਨਾਮ ਸਿੱਖ ਪੰਥ ਪ੍ਰਸਿੱਧ ਹੋਇਆ। ਉਹਨਾਂ ਤੋਂ ਪਿੱਛੋਂ 9 ਗੁਰੂ ਸਾਹਿਬਾਨ ਜੋ ਉਹਨਾਂ ਦੀ ਜੋਤ ਸਨ ਨੇ ਸਿੱਖੀ ਦੇ ਸਿਧਾਂਤ ਨੂੰ ਆਪਣੇ ਅਮਲੀ ਜੀਵਨ ਰਾਹੀਂ ਪਰਪੱਕ ਕੀਤਾ। ਸਿੱਖਾਂ ਨੂੰ ਹੱਕ ਹਲਾਲ ਦੀ ਕਮਾਈ ਵੰਡ ਛਕਣਾ, ਇੱਕ ਅਕਾਲ ਪੁਰਖ ਦੀ ਅਰਾਧਨਾ, ਨਿਸ਼ਕਾਮ ਸੇਵਾ, ਸਬਰ ਸੰਤੋਖ, ਵਿਚਾਰ, ਧੀਰਜ, ਨਾ ਡਰਨਾ ਨਾ ਡਰਾਉਣਾ ਅਤੇ ਦੇਸ਼ ਧਰਮ ਦੀ ਖਾਤਰ ਮੂਰਲੀਆਂ ਸਫਾਂ ਵਿੱਚ ਹੋ ਕੇ ਆਪਾ ਵਾਰਨ ਦਾ ਸਬਕ ਦ੍ਰਿੜਾਇਆ। ਆਜ਼ਾਦੀ, ਅਣਖ ਅਤੇ ਸਵੈ ਮਾਣ ਵਾਲੀ ਜ਼ਿੰਦਗੀ ਦੀ ਜਾਂਚ ਆਪ ਹੰਢਾ ਕੇ ਦੱਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਪੰਥ ਵਿੱਚ ਇੱਕ ਵੱਡਾ ਪਰਿਵਰਤਨ ਲਿਆਂਦਾ। ਗੁਰੂ ਹਰਗੋਬਿੰਦ ਸਾਹਿਬ ਦੀ ਰਹਿਨੁਮਾਈ ਵਿੱਚ ਸਿੱਖ ਇੱਕ ਤਕੜੀ ਤਾਕਤ ਬਣ ਗਏ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਮੁਰਦਾ ਹੋਈ ਹਿੰਦੂ ਕੌਮ ਵਿੱਚ ਨਵੀਂ ਰੂਹ ਫੂਕੀ। ਇਸ ਸ਼ਹਾਦਤ ਨੇ ਸਿੱਖਾਂ ਨੂੰ ਹੋਰ ਰੋਹ ਅਤੇ ਜਲਾਲ ਪ੍ਰਦਾਨ ਕੀਤਾ। ਸਿੱਖ ਸ਼ਕਤੀ ਦਾ ਵਿਸਥਾਰ ਹੋਰ ਵਧਿਆ। ਗੁਰੂ ਗੋਬਿੰਦ ਸਿੰਘ ਜੀ ਨੇ ਹੁਣ ਉਹਨਾਂ ਦੀ ਪ੍ਰੀਖਿਆ ਕਰਨੀ ਚਾਹੀ। ਇਤਿਹਾਸ ਵਿੱਚ ਇਹ ਇੱਕ ਅਨੋਖੀ ਹੀ ਪ੍ਰੀਖਿਆ ਸੀ। ਸਿੱਖੀ ਧਾਰਨ ਕਰ ਚੁੱਕੇ ਸਮੂਹ ਭਾਰਤ ਵਾਸੀਆਂ ਨੂੰ ਵਿਸ਼ੇਸ਼ ਸੱਦੇ ਰਾਹੀਂ 1699 ਈਸਵੀ ਦੀ ਵਿਸਾਖੀ ਤੇ ਇਕੱਠਿਆਂ ਕੀਤਾ ਅਤੇ ਭਰੇ ਦੀਵਾਨ ਵਿੱਚ ਹੱਥ ਵਿੱਚ ਲਮਕਦੀ ਤੇਗ ਲੈ ਕੇ ਕਲਗੀਧਰ ਨੇ ਸਿਰ ਮੰਗੇ।
ਸਿੱਖੀ ਇਮਤਿਹਾਨ ਵਿੱਚ ਪਾਸ ਹੋਈ। 5 ਸੂਰਮੇ ਨਿਤਰੇ ਅਤੇ ਸੀਸ ਭੇਟ ਕੀਤੇ। ਇਸ ਤਰ੍ਹਾਂ ਗੁਰੂ ਨਾਨਕ ਦੇ ਚਲਾਏ ਪੰਥ ਨੂੰ ਪੂਰਨਤਾ ਬਖਸ਼ੀ। ਉਹਨਾਂ 5 ਮਰਜੀਵੜਿਆਂ ਨੂੰ 5 ਪਿਆਰਿਆਂ ਦਾ ਦਰਜਾ ਬਖਸ਼ਿਆ। ਫਿਰ ਖੰਡੇ ਦਾ ਅੰਮ੍ਰਿਤ ਤਿਆਰ ਕਰਕੇ ਇਹਨਾਂ 5 ਨੂੰ ਛਕਾਇਆ ਅਤੇ ਸਿੰਘ ਸਜਾਇਆ। ਉਪਰੰਤ ਇਹਨਾਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਇਸੇ ਦਿਨ ਵਿਸਾਖ 1 1756 ਬਿਕਰਮੀ ਮੁਤਾਬਿਕ 30 ਮਾਰਚ 1699 ਈਸਵੀ ਨੂੰ ਹਜ਼ਾਰਾਂ ਸਿੱਖ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ ਤੇ ਖਲੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਨਵੇਂ ਸਜੇ ਸਿੰਘਾਂ ਨੂੰ ਇਸ ਭਾਵ ਦੇ ਬਚਨਾਂ ਨਾਲ ਸੰਬੋਧਨ ਕੀਤਾ। ਮੇਰਾ ਖਾਸ ਰੂਪ ਸੱਜਣ ਸੂਰੇ ਸਿਰਲੱਥ ਬਹਾਦਰ ਸਿੰਘੋ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਹੁਣ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਹੋ ਗਏ ਹਾਂ। ਵਾਹਿਗੁਰੂ ਜੀ ਦੀ ਫਤਿਹ ਵੀ ਅਵੱਸ਼ ਹੋਣੀ ਹੈ। ਇਹ ਅਕਾਲੀ ਪੰਥ ਸਾਜਣ ਲਈ ਅਕਾਲ ਪੁਰਖ ਨੇ ਮੈਨੂੰ ਹੁਕਮ ਦੇ ਕੇ ਭੇਜਿਆ ਸੀ। ਖਾਲਸਾ ਜੀ, ਅੱਜ ਤੋਂ ਤੁਹਾਡੇ ਪਿਛਲੇ ਸਾਰੇ ਜਾਤ ਪਾਤ ਬੰਧਨ ਕੱਟੇ ਗਏ ਹਨ। ਤੁਸੀਂ ਅੱਜ ਤੋਂ ਅਕਾਲ ਪੁਰਖ ਦੇ ਪੁੱਤਰ ਹੋ। ਤੁਸੀਂ ਅਕਾਲ ਪੁਰਖ ਦੀ ਫੌਜ ਹੋ। ਤੁਸੀਂ ਵਾਹਿਗੁਰੂ ਦਾ ਖਾਸ ਰੂਪ ਹੋ। 84 ਦੇ ਗੇੜ ਤੋਂ ਮੁਕਤ, ਮਰਨ ਤੋਂ ਰਹਿਤ ਹੋ। ਗਰੀਬਾਂ ਮਜਲੂਮਾਂ ਦੇ ਰਾਖੇ ਅਤੇ ਜ਼ਾਲਮਾਂ ਜਾਬਰਾਂ ਲਈ ਮੌਤ ਹੋ। ਸਾਰੀ ਧਰਤੀ ਦੇ ਬਾਦਸ਼ਾਹ ਹੋ। ਤੁਹਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ ਹੈ। ਸ਼ਸਤਰ ਤੁਹਾਡੇ ਸਰੀਰ ਦਾ ਅਟੁੱਟ ਅੰਗ ਹਨ। ਇਹ ਤੁਹਾਡੇ ਭੂਸ਼ਣ ਵੀ ਹਨ ਅਤੇ ਖੇਡ ਵੀ। ਰਣ ਭੂਮੀ ਤੁਹਾਡੇ ਖੇਡ ਵਾਲੀ ਥਾਂ ਅਤੇ ਇਹੋ ਤੁਹਾਡੀ ਸੇਜ ਹੈ। ਜ਼ੁਲਮ ਦਾ ਨਾਸ ਕਰਨਾ ਤੁਹਾਡਾ ਫਰਜ਼ ਹੈ। ਧਰਮ ਦਾ ਰਾਜ ਕਾਇਮ ਕਰਨਾ ਤੁਹਾਡਾ ਹੱਕ ਹੈ। ਇਨਸਾਨ ਸਭ ਬਰਾਬਰ ਹਨ। ਏਕ ਪਿਤਾ ਏਕਸ ਕੇ ਹਮ ਬਾਰਿਕ ਹਾਂ। ਹਰ ਕੋਈ ਅੱਲਾ ਦਾ ਹੀ ਨੂਰ ਹੈ। ਜਾਤ ਪਾਤ ਅਤੇ ਊਚ ਨੀਚ ਦੇ ਭਰਮ ਭੁਲੇਖੇ ਸਦਾ ਲਈ ਖਤਮ ਹਨ। ਤੁਸੀਂ ਸਭ ਭਾਈ ਭਾਈ ਹੋ। ਕਾਰ ਵਿਹਾਰ ਲਈ ਗੁਰਮਤਾ ਤੁਹਾਡਾ ਮੁੱਢਲਾ ਨਿਯਮ ਹੈ। ਤੁਸੀਂ ਵਾਹਿਗੁਰੂ ਦੇ ਪੁੱਤਰ ਹੋਣ ਦੇ ਨਾਤੇ ਉਸ ਵੱਲੋਂ ਚੁਣੇ ਹੋਏ ਸੰਤ ਸਿਪਾਹੀ ਹੋ। ਜ਼ੁਲਮੀ ਰਾਜ ਦਾ ਅੰਤ ਕਰਕੇ ਹਲੇਮੀ ਅਤੇ ਸਾਂਝੀਵਾਲਤਾ ਵਾਲੇ ਰਾਜ ਦਾ ਤੁਸਾਂ ਝੰਡਾ ਝੁਲਾਉਣਾ ਹੈ। ਅਸਾਂ ਡਾਢਿਆਂ ਹੰਕਾਰੀਆਂ ਅਤੇ ਜਰਵਾਣਿਆਂ ਦੇ ਹੰਕਾਰ ਤੋੜਨੇ ਹਨ। ਕੱਖਾਂ ਵਾਂਗ ਪੈਰਾਂ ਹੇਠ ਲਿਤਾੜਦਿਆਂ ਗਰੀਬਾਂ ਕੰਗਾਲੀਆਂ ਨੂੰ ਬਾਦਸ਼ਾਹੀਆਂ ਦਿੱਤੀਆਂ ਹਨ। ਸਭ ਆਕੜਾਂ ਵਾਲੇ ਤੁਹਾਡੇ ਅੱਗੇ ਸਿਰ ਝੁਕਾਉਣਗੇ। ਇਹ ਦੇਸ਼, ਇਹ ਧਰਤੀ ਤੁਹਾਡੀ ਮਾਲਕੀ ਹੈ। ਤੁਹਾਡੇ ਸਿਰਾਂ ਤੇ ਕਲਗੀ ਸੋਹੇਗੀ ਜਾਂ ਆਰੇ ਚੱਲਣਗੇ। ਗੁਲਾਮੀ ਦੀ ਪੰਡ ਨਹੀਂ ਠਹਿਰੇਗੀ। ਇਸ ਮਾਰਗ ਤੇ ਚੱਲਦਿਆਂ ਮੈਂ ਸਾਰਾ ਬਲ ਤੇਜ ਤੁਹਾਨੂੰ ਬਖਸ਼ਾਂਗਾ। ਪਰ ਜੇ ਤੁਸੀਂ ਫਿਰ ਨਿਖਿੱਧ ਬ੍ਰਾਹਮਣੀ ਰੀਤੀ ਵੱਲ ਧਿਆਨ ਕੀਤਾ ਤਾਂ ਯਾਦ ਰੱਖੋ, ਮੈਂ ਤੁਹਾਡੀ ਕਦੇ ਵੀ ਪ੍ਰਤੀਤ ਨਹੀਂ ਕਰਾਂਗਾ। ਖਾਲਸਾ ਜੀ, ਵਾਹਿਗੁਰੂ ਦੇ ਸਾਰੇ ਖਜ਼ਾਨੇ ਤੁਹਾਡੇ ਲਈ ਖੋਲ੍ਹ ਦਿੱਤੇ ਹਨ। ਸੂਰਮਗਤੀ ਨੂੰ ਤੁਹਾਡੇ ਉੱਤੇ ਨਿਬੇੜ ਦਿੱਤਾ ਹੈ। ਆਉਣ ਵਾਲੀ ਦੁਨੀਆ ਤੁਹਾਡੇ ਜ਼ੋਰਾਂ ਦੇ ਜਲਵੇ ਦੇਖੇਗੀ। ਇਹਨਾਂ ਸ਼ਬਦਾਂ ਨੇ ਹਰ ਹਿਰਦੇ ਨੂੰ ਹਲੂਣ ਸੁੱਟਿਆ। ਸੁਣ ਕੇ ਸਿੰਘਾਂ ਦੇ ਚਿਹਰੇ ਚੜ੍ਹਦੇ ਸੂਰਜ ਦੀ ਲਾਲੀ ਵਾਂਗ ਦਮਕਣ ਲੱਗੇ। ਦਿਲਾਂ ਵਿੱਚ ਰੋਹ ਦਾ ਹੜ ਠਾਠਾ ਮਾਰਨ ਲੱਗਾ। ਤਲਵਾਰਾਂ ਅਤੇ ਖੰਡੇ ਆਪ ਮੁਹਾਰੇ ਮਿਆਨਾਂ ਵਿੱਚੋਂ ਨਿਕਲ ਕੇ ਹਵਾ ਵਿੱਚ ਬਿਜਲੀਆਂ ਵਾਂਗ ਚਮਕਣ ਲੱਗੇ। ਨੇਜਿਆਂ ਦੀਆਂ ਅਣੀਆਂ ਅਸਮਾਨ ਵੱਲ ਉੱਠੀਆਂ, ਮਾਣੋ ਧਰਤੀ ਵੱਲੋਂ ਆਕਾਸ਼ ਵੱਲ ਬਲਦੀਆਂ ਲਾਟਾਂ ਜਾ ਰਹੀਆਂ ਹਨ। ਕਿਧਰੇ ਕਮਾਨਾਂ ਆਕੜਾਂ ਲੈਣ ਲੱਗੀਆਂ। ਭੱਥਿਆਂ ਵਿੱਚੋਂ ਤੀਰਾਂ ਗਿੱਠ ਗਿੱਠ ਜੀਭਾਂ ਕੱਢ ਲਈਆਂ। ਜਜ਼ਬਾਤ ਦਾ ਵੇਗ ਗਗਨ ਦਮਾਮਾ ਬਣ ਵੱਜਿਆ ਅਤੇ ਇੱਕ ਜ਼ਬਾਨ ਹੋ ਕੇ ਸਿੰਘਾਂ ਦਾ ਨਾਅਰਾ ਆਕਾਸ਼ ਚੀਰ ਗਿਆ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਅਸਮਾਨ ਗੂੰਜਿਆ, ਪਹਾੜ ਗੂੰਜੇ, ਇਹੋ ਸਿੰਘ ਗਰਜ ਸਿੰਘ ਦਾ ਨਿਸ਼ਾਨਾ ਬਣ ਗਈ। ਇਹ ਨਾਅਰਾ ਪਹਾੜੀ ਰਾਜਿਆਂ ਦੇ ਸੀਨੇ ਸਲਦਾ ਹੋਇਆ ਮੁਗਲ ਸਾਮਰਾਜ ਦੇ ਕਿਲ੍ਹੇ ਦੇ ਕਿੰਗਰਿਆਂ ਨਾਲ ਜਾ ਟਕਰਾਇਆ। ਦਿਵ ਦ੍ਰਿਸ਼ਟੀ ਵਾਲਿਆਂ ਨੇ ਮੁਗਲ ਸਾਮਰਾਜ ਦਾ ਮਜ਼ਬੂਤ ਕਿਲ੍ਹਾ ਕੰਬਦਾ ਅਤੇ ਢਹਿੰਦਾ ਅਨੁਭਵ ਕੀਤਾ। ਪੰਜਾਬ ਦਿਆਂ ਮੈਦਾਨਾਂ ਜੰਗਲਾਂ ਬੇਲਿਆਂ ਵਿੱਚ ਇੱਕ ਨਵੀਂ ਲਹਿਰ ਦੌੜ ਗਈ। ਬਾਦਸ਼ਾਹੀਆਂ ਅਕਸਰ ਹੀ ਹੱਕ ਸੱਚ ਦੇ ਨਾਅਰੇ ਸੁਣ ਕੇ ਘਬਰਾ ਜਾਇਆ ਕਰਦੀਆਂ ਹਨ।
ਗੁਲਾਮੀ ਦੇ ਕਿਰਮ ਪਹਾੜੀ ਰਾਜੇ ਆਪਣੀ ਗੁਲਾਮੀ ਦੀ ਜ਼ਿੰਦਗੀ ਲੰਮੀ ਅਤੇ ਸੁਰੱਖਿਅਤ ਕਰਨ ਲਈ ਆਪਣੇ ਮਾਲਕ ਔਰੰਗਜ਼ੇਬ ਦੇ ਤਲਵੇ ਚੱਟਦੇ ਕੂਕ ਕੂਕ ਕੇ ਫਰਿਆਦੀ ਹੋਏ। ਗੁਰੂ ਗੋਬਿੰਦ ਸਿੰਘ ਨੇ ਇਹੋ ਜਿਹਾ ਖਾਲਸਾ ਤਿਆਰ ਕੀਤਾ ਹੈ ਕਿ ਸਾਡੀ ਤਾਂ ਹੁਣ ਉੱਕੀ ਖੈਰ ਨਹੀਂ ਹੈ, ਤੇ ਜੇ ਤੁਸੀਂ ਕੋਈ ਤਤਕਾਲ ਉਪਰਾਲਾ ਨਾ ਕੀਤਾ ਤਾਂ ਖੈਰ ਤੁਹਾਡੀ ਵੀ ਨਹੀਂ ਦਿਸਦੀ। ਸਾਡਾ ਤਾਂ ਪ੍ਰਾਚੀਨ ਬ੍ਰਾਹਮਣ ਧਰਮ ਇਸ ਹੜ੍ਹ ਵਿੱਚ ਰੁੜਦਾ ਜਾ ਰਿਹਾ ਹੈ। ਸਭ ਛੋਟੇ ਵੱਡੇ ਇੱਕ ਕਰ ਦਿੱਤੇ ਹਨ, ਕੰਗਲੇ ਤਾਜਦਾਰ ਤੁਲ ਬਣਾ ਧਰੇ ਹਨ। ਉਹ ਬਾਦਸ਼ਾਹੀ ਦੇ ਦਾਅਵੇਦਾਰ ਬਣ ਗਏ ਹਨ। ਸਾਡੇ ਅਣਦਾਤਾ ਅਤੇ ਧਰਮ ਰੱਖਿਅਕ ਗਾਜੀ ਪਾਤਸ਼ਾਹ ਅਸੀਂ ਨਿਮਾਣੇ ਆਪ ਜੀ ਦੇ ਗੁਲਾਮ, ਤੁਹਾਡੇ ਇਸਲਾਮੀ ਰਾਜ ਦੀਆਂ ਉੱਠਦੇ ਬੈਠਦੇ ਸੁੱਖਾਂ ਮੰਗਣ ਵਾਲੇ ਹੁਣ ਤੁਹਾਥੋਂ ਬਿਨਾਂ ਕਿਸ ਦਰ ਤੇ ਜਾਈਏ। ਤੁਹਾਡੇ ਆਸਰੇ ਹੀ ਸਾਡੀ ਹੋਂਦ ਹੈ। ਜੇ ਤੁਸੀਂ ਖਤਰੇ ਵਿੱਚ ਤਾਂ ਇਸਲਾਮ ਖਤਰੇ ਵਿੱਚ। ਇਹ ਸਿੱਖ ਲਹਿਰ ਸਾਨੂੰ ਤੁਹਾਨੂੰ ਸਾਰਿਆਂ ਨੂੰ ਕੱਖਾਂ ਕਾਨਾਂ ਵਾਂਗ ਬਹਾ ਕੇ ਲੈ ਜਾਵੇਗੀ। ਧਰਤੀ ਉੱਤੇ ਰੱਬ ਸਮਾਨ ਸਭ ਦੀ ਰੱਖਿਆ ਕਰਨ ਵਾਲੇ ਸ਼ਹਿਨਸ਼ਾਹ ਸਾਨੂੰ ਬਚਾਓ ਅਤੇ ਆਪ ਵੀ ਬਚੋ। ਇਹਨਾਂ ਪਹਾੜੀ ਰਾਜਿਆਂ ਨੇ ਸ਼ੱਕੀ ਅਤੇ ਵਹਿਮੀ ਸੁਭਾਅ ਵਾਲੇ ਤੰਗ ਦਿਲ ਬਾਦਸ਼ਾਹ ਨੂੰ ਹੋਈ ਅਣਹੋਈ ਨਾਲ 100 ਹੋਰ ਗੰਢ ਕੇ ਸੁਣਾਈ ਅਤੇ ਧਮਕਾਇਆ। ਮਰਹੱਟਿਆਂ ਨਾਲ ਉਲਝੇ ਹੋਏ ਬੁੱਢੇ ਅਤੇ ਕੱਟੜਪੰਥੀ ਔਰੰਗਜ਼ੇਬ ਨੂੰ ਸੱਚ ਜਾਣਨ ਦੀ ਫੁਰਸਤ ਹੀ ਕਦ ਸੀ। ਵਜ਼ੀਰ ਖਾਨ ਸਰਹੰਦ ਦੇ ਸੂਬੇਦਾਰ ਅਤੇ ਨਾਮਸ਼ਾਹੀ ਫਰਮਾਨ ਜਾਰੀ ਹੋਇਆ ਕਿ ਉਸਦੀ ਕਮਾਨ ਥੱਲੇ ਸੂਬਾ ਲਾਹੌਰ, ਸੂਬਾ ਮੁਲਤਾਨ, ਸੂਬਾ ਕਸ਼ਮੀਰ ਦੀਆਂ ਫੌਜਾਂ ਪਹਾੜੀ ਰਾਜਿਆਂ ਦੀ ਸਹਾਇਤਾ ਨੂੰ ਮੁਹਿੰਮ ਦੀ ਸ਼ਕਲ ਵਿੱਚ ਅਨੰਦਪੁਰ ਉੱਤੇ ਚੜ੍ਹਾਈ ਕਰਨ ਅਤੇ ਗੁਰੂ ਵੱਲੋਂ ਖੜੀ ਕੀਤੀ ਸ਼ੋਰਸ਼ ਨੂੰ ਸਖਤੀ ਨਾਲ ਦਬਾ ਦਿੱਤਾ ਜਾਵੇ। ਅਨੰਦਪੁਰ ਦੇ ਚੁਫੇਰੇ ਬਣੇ ਹੋਏ ਸਾਰੇ ਕਿਲ੍ਹੇ ਮਲੀਆਮੇਟ ਕਰ ਦਿੱਤੇ ਜਾਣ। ਵਿਸ਼ੇਸ਼ ਫੌਜ ਜ਼ਫਰ ਬੇਗ ਦੀ ਕਮਾਨ ਥੱਲੇ ਦਿੱਲੀਓਂ ਜਾ ਕੇ ਲੜਾਈ ਵਿੱਚ ਸ਼ਾਮਿਲ ਹੋਵੇ। ਗੁਰੂ ਦੇ ਜਿੰਦਾ ਫੜੇ ਜਾਣ ਦੀ ਸੂਰਤ ਵਿੱਚ ਉਸ ਨੂੰ ਬਾਲ ਬੱਚੇ ਸਮੇਤ ਦਿੱਲੀ ਲਿਆਂਦਾ ਜਾਵੇ ਅਤੇ ਕੈਦ ਵਿੱਚ ਰੱਖਿਆ ਜਾਵੇ। ਦੱਖਣੋਂ ਮੁੜ ਕੇ ਇਸ ਮੁਆਮਲੇ ਦਾ ਨਿਪਟਾਰਾ ਬਾਦਸ਼ਾਹ ਆਪ ਕਰੇਗਾ। ਇਸ ਮੁਹਿੰਮ ਨੂੰ ਹਫ਼ਤੇ ਮਹੀਨੇ ਨਹੀਂ ਲੱਗਣੇ ਚਾਹੀਦੇ। ਦਿਨਾਂ ਵਿੱਚ ਕੰਮ ਖਤਮ ਕਰਨ ਦੀ ਇਤਲਾਹ ਦਿੱਤੀ ਜਾਵੇ। ਇਸ ਹੁਕਮ ਦੀ ਤਾਮੀਲ ਵਜੋਂ ਝੱਟ ਤਿਆਰੀ ਹੋਈ। ਨਿੱਕੀਆਂ ਮੋਟੀਆਂ ਮੁਸਲਮਾਨ ਰਿਆਸਤਾਂ ਜਿਵੇਂ ਮਲੇਰਕੋਟਲਾ, ਕਪੂਰਥਲਾ, ਰਾਹੋਂ, ਕੋਟਤਵਾੜਾ, ਰਾਹੂ ਰਾਏ, ਬਜਵਾੜਾ ਆਦਿ ਅਤੇ ਛੋਟੇ ਮੋਟੇ ਜਗੀਰਦਾਰਾਂ, ਜ਼ਿਮੀਂਦਾਰਾਂ ਅਤੇ ਮੁਲਖਈਏ ਨੂੰ ਪੱਲਾ ਫੇਰ ਦਿੱਤਾ ਕਿ ਦੀਨ ਇਸਲਾਮ ਦਾ ਵੈਰੀ ਮਾਰਨਾ ਹੈ। ਕਫਨ ਸਿਰਾਂ ਤੇ ਬੰਨ੍ਹ ਕੇ ਨਿੱਤਰੋ। ਅਣਗਿਣਤ ਪਠਾਨ, ਰੰਘੜ, ਗੁੱਜਰ, ਤੇਲੀ, ਸੱਕੇ ਅਤੇ ਅਰਾਈ ਮੋਚੀ ਮਹਿੰਦੀਆਂ ਲਾ ਗਾਨੇ ਬੰਨ੍ਹ ਗਾਜੀ ਬਣ ਤੁਰੇ। ਭੀਮ ਚੰਦ ਬਿਲਾਸਪੁਰੀਆ ਇਸ ਸਾਰੀ ਮਕਾਲ ਦਾ ਮੋਢੀ ਸੀ। ਉਸਦੇ ਦਾਦੇ ਅਤੇ ਬਾਈ ਧਾਰ ਅਤੇ ਹੋਰ ਕਈ ਰਾਜਿਆਂ ਦੇ ਦਾਦੇ ਪੜਦਾਦੇ ਗਵਾਲੀਅਰ ਦੇ ਕਿਲ੍ਹੇ ਵਿੱਚ ਜਦ ਕੈਦ ਸਨ ਅਤੇ ਮੌਤ ਦੀਆਂ ਘੜੀਆਂ ਗਿਣ ਰਹੇ ਸਨ। ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਦਾ ਮਤਲਬ ਹੀ ਇਹ ਸੀ ਕਿ ਕੈਦੀ ਉਸ ਵਿੱਚੋਂ ਕਦੀ ਜਿੰਦਾ ਵਾਪਸ ਨਹੀਂ ਸੀ ਆਉਂਦਾ। ਉਹਨਾਂ ਦੀਆਂ ਹੱਥਕੜੀਆਂ ਬੇੜੀਆਂ ਉਦੋਂ ਹੀ ਲਹਿੰਦੀਆਂ ਸਨ ਜਦ ਰੂਹ ਜਿਸਮ ਤੋਂ ਉੱਡ ਖਲੋਂਦੀ ਸੀ। ਇਹ ਜਹਾਂਗੀਰ ਦੇ ਵੇਲੇ ਦਾ ਹਾਲ ਸੀ। ਔਰੰਗਜ਼ੇਬ ਨੇ ਦਾਰਾ ਸ਼ਿਕੋਹ ਦੇ ਪੁੱਤਰ ਸਿਪਹਰ ਸ਼ਿਕੋਹ ਨੂੰ ਵੀ ਇੱਥੇ ਹੀ ਘਲਾਇਆ ਸੀ ਅਤੇ ਫਿਰ ਇੱਥੇ ਹੀ ਮਰਵਾ ਦਿੱਤਾ ਸੀ। ਗੁਰੂ ਹਰਗੋਬਿੰਦ ਸਾਹਿਬ ਨੂੰ ਇੱਥੇ ਹੀ ਕੈਦ ਕੀਤਾ ਗਿਆ ਸੀ। ਫਰਕ ਸਿਰਫ ਇਹ ਸੀ ਕਿ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ, ਜੰਜੀਰ ਪਾ ਨਹੀਂ ਸੀ ਕੀਤਾ। ਜਦ ਜਹਾਂਗੀਰ ਨੇ ਉਹਨਾਂ ਨੂੰ ਰਿਹਾ ਕੀਤਾ ਤਾਂ ਉਹਨਾਂ ਨੇ ਕਿਲ੍ਹੇ ਨੂੰ ਛੱਡਣਾ ਇਸੇ ਸੂਰਤ ਵਿੱਚ ਮਨਜ਼ੂਰ ਕੀਤਾ ਕਿ ਜੋ ਹੋਰ ਜੰਜੀਰ ਪਾ ਕੈਦੀ ਹਨ ਉਹ ਸਭ ਛੱਡੇ ਜਾਣ। ਗੁਰੂ ਨਾਨਕ ਗੱਦੀ ਦਾ 6ਵਾਂ ਰੂਪ ਇਸ ਭੀਮ ਚੰਦ ਦੇ ਦਾਦੇ ਤਾਰਾ ਚੰਦ ਸਮੇਤ ਕਈ ਰਾਜਿਆਂ, ਨਵਾਬਾਂ ਅਤੇ ਦੋਸ਼ੀ ਅਫਸਰਾਂ ਨੂੰ ਇਸ ਕੁੱਬੀ ਨਰਕ ਵਿੱਚੋਂ ਕੱਢ ਲਿਆਇਆ। ਮਾਨੋ ਇਹ ਉਹਨਾਂ ਲੋਕਾਂ ਦਾ ਦੂਸਰਾ ਜਨਮ ਸੀ। ਇਹੋ ਜਿਹੇ ਕੈਦੀਆਂ ਦੀ ਗਿਣਤੀ 52 ਸੀ ਅਤੇ ਇਹ 6ਵੀਂ ਪਾਤਸ਼ਾਹੀ ਦੇ ਜਾਮੇ ਦੀਆਂ 52 ਕਲੀਆਂ ਫੜ ਕੇ ਨਿਕਲੇ ਸਨ। ਗੁਰੂ ਸਾਹਿਬ ਦੇ ਰਿਣੀ ਹੋਣ ਕਰਕੇ ਇਹ ਮੁਕਤੀ ਪ੍ਰਾਪਤ ਰਾਜੇ ਜ਼ਿੰਦਗੀ ਭਰ ਗੁਰੂ ਸਾਹਿਬਾਨ ਪਾਸ ਨਜ਼ਰਾਂ ਭੇਟ ਕਰਨ ਲਈ ਪਹੁੰਚਦੇ ਰਹੇ ਅਤੇ ਜਦ ਗੁਰੂ ਜੀ ਨੇ ਆਖਰੀ ਸਮੇਂ ਵਿੱਚ ਕੀਰਤਪੁਰ ਸਾਹਿਬ ਵਿਖੇ
ਵਸੋਂ ਕਰ ਲਈ ਤਾਂ ਇਹ ਲੋਕ ਇੱਥੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਆਇਆ ਕਰਦੇ ਸਨ। ਪਰ ਇਹ ਨਾਖਲਫ ਅਤੇ ਅਕਿਰਤਘਨ ਰਾਜਾ ਭੀਮ ਚੰਦਰ ਗੁਰੂ ਨਾਨਕ ਦੀ ਗੱਦੀ ਅਤੇ ਉਸ ਉੱਤੇ ਬਿਰਾਜਮਾਨ 10ਵੇਂ ਸਰੂਪ ਦਾ ਸਦਾ ਲਈ ਅੰਤ ਕਰਨ ਲਈ ਲੂਰੀਆਂ ਲੈ ਰਿਹਾ ਹੈ। ਆਪਣੇ ਨਾਪਾਕ ਅਤੇ ਖੁਦਗਰਜ਼ ਇਰਾਦਿਆਂ ਵਿੱਚ ਇਨਸਾਨ ਕਿੰਨਾ ਡਿੱਗ ਸਕਦਾ ਹੈ, ਇਸ ਦਾ ਇੱਥੋਂ ਭਲੀ ਭਾਂਤ ਅੰਦਾਜ਼ਾ ਹੋ ਸਕਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਅਨੰਦਪੁਰ ਸਾਹਿਬ ਨੂੰ ਮਲੀਆਮੇਟ ਕਰਨ ਦੀ ਸਫਲਤਾ ਵਿੱਚ ਉਭਾਰ ਅਤੇ ਤੇਜ਼ੀ ਲਿਆਉਣ ਲਈ ਰਾਜਾ ਭੀਮ ਚੰਦਰ ਨੇ ਸੂਬਾ ਸਰਹੰਦ ਨੂੰ ਆਪਣੇ ਖਾਨਦਾਨ 'ਚੋਂ ਇੱਕ ਲੜਕੀ ਦਾ ਸਾਕ ਅਤੇ 20,000 ਨਗਦ ਦੇਣਾ ਕੀਤਾ। ਇਸ ਨੇਕ ਕੰਮ ਨੂੰ ਸਿਰੇ ਚੜ੍ਹਾਉਣ ਲਈ ਮੁਲਾਣੇ ਅਤੇ ਬ੍ਰਾਹਮਣ ਜਰਾਸਿੰਧ ਦੇ ਫਾੜਿਆਂ ਵਾਂਗ ਜੁੜ ਗਏ ਅਤੇ ਇਸ ਮੁਹਿੰਮ ਦੀ ਪਿੱਠ ਪੂਰਨ ਲਈ ਆ ਖਲੋਤੇ। ਲੱਖਾਂ ਦੀ ਗਿਣਤੀ ਵਾਲੇ ਇਸ ਲਾਓ ਲਸ਼ਕਰ ਨੇ 8 ਮਹੀਨੇ 26 ਦਿਨ ਅਨੰਦਪੁਰ ਸਾਹਿਬ ਦੁਆਲੇ ਘੇਰਾ ਪਾ ਛੱਡਿਆ। ਗੱਲ ਕਿਸੇ ਪਾਸੇ ਨਾ ਲੱਗਦੀ ਵੇਖ ਕੇ ਜ਼ੁਲਮ ਜ਼ਬਰ ਦੀਆਂ ਤਾਕਤਾਂ ਨੇ ਦਗੇ ਫਰੇਬ ਦਾ ਪੱਲਾ ਫੜਿਆ। ਕੁਰਾਨ ਪਾਕ ਅਤੇ ਗਊ ਦੀਆਂ ਕਸਮਾਂ ਮੂਹਰੇ ਕੀਤੀਆਂ ਕਿ ਤੁਸੀਂ ਅਨੰਦਪੁਰ ਛੱਡ ਕੇ ਕਿਲ੍ਹੇ ਤੋਂ ਬਾਹਰ ਆ ਜਾਓ, ਤੁਹਾਡੇ 'ਤੇ ਕੋਈ ਹਮਲਾ ਨਹੀਂ ਕਰੇਗਾ, ਤੁਸੀਂ ਆਪਣੀ ਮਰਜ਼ੀ ਨਾਲ ਜਿੱਧਰ ਜੀ ਕਰੇ ਜਾ ਸਕਦੇ ਹੋ। ਗੁਰੂ ਗੋਬਿੰਦ ਸਿੰਘ ਨੇ ਸਿੰਘਾਂ ਨੂੰ ਬਹੁਤ ਸਮਝਾਇਆ ਕਿ ਇਹ ਸਭ ਦਗਾ ਹੈ, ਧੋਖਾ ਹੈ। ਕੁਝ ਦਿਨ ਹੋਰ ਡਟੇ ਰਹੋ, ਦੁਸ਼ਮਣ ਅੰਦਰੋਂ ਹਿੱਲ ਚੁੱਕਿਆ ਹੈ, ਇਹ ਇੱਥੋਂ ਭੱਜਾ ਕੀ ਭੱਜਾ। ਪਰ ਸਿੰਘਾਂ ਇੱਕ ਜਿੱਦ ਹੀ ਫੜ ਲਈ। ਮਾਤਾ ਗੁਜਰੀ ਜੀ ਤੋਂ ਵੀ ਆਪਣੇ ਪੱਖ ਵਿੱਚ ਅਖਵਾ ਲਿਆ ਕਿ ਕਿਲ੍ਹਾ ਛੱਡ ਦਿੱਤਾ ਜਾਵੇ। ਸਤਿਗੁਰ ਜੀ ਨੇ ਬਹੁ ਮਤ ਅਤੇ ਸੰਮਤੀ ਭੇਦ ਦੀ ਪ੍ਰਥਾ ਨੂੰ ਮੁੱਖ ਰੱਖਦਿਆਂ ਅਨੰਦਪੁਰ ਛੱਡਣਾ ਕਬੂਲ ਕਰ ਲਿਆ, ਪਰ ਨਾਲ ਹੀ ਸਿੰਘਾਂ ਨੂੰ ਇਸ ਵਿੱਚੋਂ ਨਿਕਲਣ ਵਾਲੇ ਸਿੱਟਿਆਂ ਤੋਂ ਵੀ ਜਾਣੂ ਕਰ ਦਿੱਤਾ। ਸਿੰਘਾਂ ਦੂਰ ਦੀ ਨਾ ਸੋਚੀ ਅਤੇ ਇੰਜ ਉਹਨਾਂ ਦੀ ਕਾਹਲ ਅਤੇ ਜਿੱਦ ਨੇ ਬੇਈਮਾਨ ਦਗੇਬਾਜ਼ਾਂ ਦੀ ਝੋਲੀ ਵਿੱਚ ਸਫਲਤਾ ਪਾ ਦਿੱਤੀ। ਅਨੰਦਪੁਰ ਸਾਹਿਬ ਛੱਡ ਕੇ ਤੁਰਦਿਆਂ ਹੀ ਵੈਰੀ ਨੇ ਸਭ ਕਸਮਾਂ ਅਤੇ ਵਾਅਦੇ ਛਿੱਕੇ 'ਤੇ ਟੰਗ ਕੇ ਪਿੱਛੋਂ ਹਮਲਾ ਕਰ ਦਿੱਤਾ। ਪਰਿਵਾਰ ਵਿਛੋੜੇ ਤੱਕ ਗਹਿ-ਗੱਚ ਲੜਾਈ ਹੋਈ। ਦਵੱਲਿਓਂ ਸੂਰਮਿਆਂ ਦਿਲਾਂ ਦੀਆਂ ਰੀਝਾਂ ਪੂਰੀਆਂ ਕੀਤੀਆਂ। ਲੋਥ ਅਤੇ ਲੋਥ ਚੜ੍ਹ ਗਈ। ਹਜ਼ਾਰਾਂ ਸਿੰਘ ਸ਼ਹੀਦੀ ਪਾ ਗਏ। ਨਦੀ ਸਰਸਾ ਦੇ ਵਹਿਣ ਵਿੱਚ ਕੀਮਤੀ ਲਿਖਤਾਂ ਜੋ ਵਿੱਦਿਆ ਧਰ ਗ੍ਰੰਥ ਦੇ ਰੂਪ ਵਿੱਚ ਸਨ, ਭੇਟ ਚੜ੍ਹ ਗਈਆਂ। ਗੁਰੂ ਪਰਿਵਾਰ ਵਿਛੜ ਗਿਆ। ਗੁਰੂ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ 40 ਹੋਰ ਸਿੰਘ ਚਮਕੌਰ ਦੀ ਗੜੀ ਦਾ ਆਸਰਾ ਲੈ ਕੇ ਵੈਰੀ ਦੇ ਟਿੱਡੀ ਦਲ ਨਾਲ ਟਾਕਰਾ ਕਰਨ ਲਈ ਮੋਰਚਾ ਮੱਲ ਕੇ ਡਟ ਗਏ। ਅਗਲਾ ਸਾਰਾ ਦਿਨ ਲੜਾਈ ਹੁੰਦੀ ਰਹੀ। ਸ਼ਾਹੀ ਸੈਨਾ ਦੇ ਪਰੇ ਲਹਿਰਾਂ ਵਾਂਗ ਗੜੀ ਵੱਲ ਵੱਧਦੇ ਰਹੇ ਅਤੇ ਹਰ ਵਾਰ ਮੂੰਹ ਦੀ ਖਾ ਕੇ ਪਿੱਛੇ ਪਰਤਦੇ ਰਹੇ। ਜੰਗਾਂ ਯੁੱਧਾਂ ਦੇ ਇਤਿਹਾਸ ਵਿੱਚ ਇਹ ਇੱਕ ਅਨੋਖੀ ਜੰਗ ਸੀ। ਇੱਕ ਪਾਸੇ ਕਈ ਦਿਨਾਂ ਦੇ ਭੁੱਖੇ ਧਿਆਏ ਗਿਣਤੀ ਦੇ 43 ਸੂਰਮੇ ਜੋ ਜ਼ਖਮਾਂ ਅਤੇ ਉਣੀਂਦਰੇ ਨੇ ਚੂਰ ਕੀਤੇ ਹੋਏ ਸਨ, ਅਤੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਵਿੱਚ ਹਰ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਸ਼ਾਹੀ ਲਾਮ ਲਸ਼ਕਰ। ਇਸ ਰਣਭੂਮੀ ਵਿੱਚ ਵੱਡੇ ਵੱਡੇ ਮੁਗਲ ਪਠਾਨ ਯੋਧੇ ਖਾਕ ਚੱਟ ਅਤੇ ਧਰਤੀ 'ਤੇ ਸਦਾ ਲਈ ਸੌਂ ਗਏ। ਦੋਵੇਂ ਸਾਹਿਬਜ਼ਾਦੇ ਵੀ ਵੀਰਗਤੀ ਨੂੰ ਪ੍ਰਾਪਤ ਹੋ ਗਏ। 38 ਹੋਰ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਅਗਲੇ ਦਿਨ ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ ਵੀ ਕੁਰਬਾਨ ਹੋ ਗਏ। ਗੁਰੂ ਗੋਬਿੰਦ ਸਿੰਘ ਜੀ 5 ਸਿੰਘਾਂ ਦੇ ਗੁਰਮਤੇ ਨੂੰ ਜੋ ਹੁਕਮ ਰੂਪੀ ਸੀ ਸਵੀਕਾਰ ਕਰਦੇ ਹੋਏ ਵੈਰੀ ਦੇ ਟਿੱਡੀ ਦਲ ਨੂੰ ਲਲਕਾਰ ਦੇ ਵਿੱਚ ਦੀ ਚੀਰ ਕੇ ਨਿਕਲ ਗਏ। ਗੁਰੂ ਗੋਬਿੰਦ ਸਿੰਘ ਦਾ ਐਡੇ ਪੱਕੇ ਘੇਰੇ ਵਿੱਚ ਦੀ ਜਿੰਦਾ ਬਚ ਕੇ ਨਿਕਲ ਜਾਣਾ ਸੂਬਾ ਸਰਹੰਦ ਵਜ਼ੀਰ ਖਾਂ ਦੀ ਸਭ ਤੋਂ ਵੱਡੀ ਹਾਰ ਸੀ। ਫਿਰ ਸਰਹੰਦ ਦਾ ਖੂਨੀ ਸਾਕਾ ਹੋਇਆ, ਜਿੱਥੇ ਛੋਟੇ ਸਾਹਿਬਜ਼ਾਦੇ ਜੋ ਅਜੇ ਸ਼ੀਰਖੋਰ ਬੱਚੇ ਸਨ, ਸੂਬਾ ਸਰਹੰਦ ਦੇ ਕਹਿਰ ਦਾ ਨਿਸ਼ਾਨਾ ਬਣੇ। ਇੱਥੇ ਹੀ ਨਾਲ ਦਾਦੀ ਮਾਂ ਨੇ ਆਪਣੀ ਜ਼ਿੰਦਗੀ ਵਾਰੀ। ਸੂਬਾ ਵਜ਼ੀਰ ਖਾਨ ਨੇ ਸ਼ੇਖੀ ਮਾਰੀ। ਅਨੰਦਪੁਰ ਮੈਂ ਢਾਹ ਢੇਰੀ ਕਰ ਦਿੱਤਾ। ਖਾਲਸਾ ਮਾਰ ਮੁਕਾਇਆ ਹੈ। ਗੁਰੂ ਦਾ ਸਾਰਾ ਟੱਬਰ ਤਲਵਾਰ ਦੇ ਘਾਟ ਉਤਾਰ ਦਿੱਤਾ ਹੈ। ਇਕੱਲਾ ਗੋਬਿੰਦ ਸਿੰਘ ਮੇਰੇ ਅੱਗੇ ਕਿੰਨਾ ਕੁ ਚਿਰ ਅੜੇਗਾ। ਮੇਰੇ ਆਬਦਾਰ ਤੇਗੇ ਤੋਂ ਬਚ ਕੇ ਕਿਧਰੇ ਨਹੀਂ ਜਾ ਸਕਦਾ। ਪਲਾਂ ਘੜੀਆਂ ਦਾ ਪ੍ਰਾਹੁਣਾ ਹੈ। ਹੋਰ ਕੋਈ ਫਿਰਕਾ ਜਾਂ ਕੌਮ ਹੁੰਦੀ ਤਾਂ ਵਾਕਿਆ ਹੀ ਵਜ਼ੀਰ ਖਾਂ ਦੀ ਸ਼ੇਖੀ ਸੱਚ ਸਾਬਿਤ ਹੋ ਜਾਂਦੀ। ਸਦਾ ਲਈ ਸਫਾਏ
ਹਸਤੀ ਤੋਂ ਮਿਟ ਜਾਂਦੀ। ਪਰ ਵਾਹ ਸਾਹਿਬ, ਗੁਰੂ ਗੋਬਿੰਦ ਸਿੰਘ ਅਤੇ ਤੇਰਾ ਜਿਗਰਾ, ਪਰਿਵਾਰ ਕੁਰਬਾਨ ਕਰਕੇ, ਪੁੱਤਾਂ ਨਾਲੋਂ ਪਿਆਰੇ ਸਿੰਘ ਜਨਮ ਭੂਮੀ ਲਈ ਸ਼ਹੀਦ ਕਰਵਾ ਕੇ ਦਿਲ ਵਿੱਚ ਰਤਾ ਮਲਾਲ ਨਹੀਂ ਆਇਆ, ਕਮਜ਼ੋਰੀ ਨੇ ਝਲਕ ਨਹੀਂ ਵਿਖਾਈ। ਤੇਰੀ ਕਲਮ ਨੇ ਰੰਜ ਅਫਸੋਸ ਦੀਆਂ ਲਿਖਤਾਂ ਨਹੀਂ ਲਿਖੀਆਂ, ਸਗੋਂ ਫਤਿਹਨਾਮਾ ਅਤੇ ਜ਼ਫਰਨਾਮਾ ਲਿਖ ਕੇ ਬਾਦਸ਼ਾਹ ਨੂੰ ਵੰਗਾਰਿਆ ਅਤੇ ਧਰਮ ਰੱਖਿਅਕ ਅਤੇ ਪੱਕਾ ਮੁਸਲਮਾਨ ਹੋਣ ਦਾ ਪਾਇਆ ਹੋਇਆ ਉਸਦਾ ਜਾਮਾ ਤਾਰ-ਤਾਰ ਕਰ ਦਿੱਤਾ ਹੈ। ਉਹਨਾਂ ਲਿਖਿਆ, ਬੁੱਤ ਪ੍ਰਸਤ ਪਹਾੜੀਆਂ ਨੇ ਮੇਰੇ ਉੱਤੇ ਜੰਗ ਠੋਸੀ, ਤੂੰ ਮੋਮਣ ਅਖਵਾਉਣ ਵਾਲਾ ਅਤੇ ਬੁੱਤ ਸ਼ਿਕਣ ਹੋ ਕੇ ਉਹਨਾਂ ਦੀ ਮੇਰੇ ਵਿਰੁੱਧ ਸਹਾਇਤਾ ਕੀਤੀ। ਬਾਪ ਨੂੰ ਕੈਦ ਵਿੱਚ ਰੋਲ ਕੇ ਅਤੇ ਭਰਾਵਾਂ ਨੂੰ ਧੋਖਿਆਂ ਨਾਲ ਕੋਹ ਮਾਰਨ ਵਾਲੇ, ਕੁਰਾਨ ਦੀਆਂ ਕਸਮਾਂ ਤੋੜਨ ਵਾਲੇ, ਤੂੰ ਕਿਵੇਂ ਆਪਣੇ ਆਪ ਨੂੰ ਸੱਚਾ ਮੁਸਲਮਾਨ ਅਖਵਾ ਸਕਦਾ ਹੈ? ਪਾਪ ਅਤੇ ਜ਼ੁਲਮ ਦਾ ਰਸਤਾ ਛੱਡ ਕੇ ਨੇਕੀ ਵੱਲ ਆ। ਲੜਾਈ ਦੀ ਤੇਰੇ ਦਿਲ ਵਿੱਚ ਸਿੱਕ ਹੋਵੇ ਤਾਂ ਜੀ ਸਦਕੇ ਤਾਣ ਲਾ ਕੇ ਆ। ਮੈਂ ਦੀਨੇ ਕਾਂਗੜ ਬੈਰਾਗਾਂ ਦੇ ਦੇਸ਼ ਬੈਠਾ ਤੇਰੀ ਉਡੀਕ ਵਿੱਚ ਹਾਂ। ਮੈਂ ਇਹ ਧਰਤੀ ਤੇਰੇ ਪੈਰਾਂ ਥੱਲੇ ਮੱਚਦੇ ਅੰਗਿਆਰ ਬਣਾ ਦਿਆਂਗਾ। ਤੈਨੂੰ ਭੱਜਣ ਨੂੰ ਰਾਹ ਨਹੀਂ ਲੱਭੇਗਾ, ਪਰ ਹਾਂ ਤੂੰ ਨੀਅਤ ਰਾਸ ਨਾਲ ਤੌਬਾ ਕਰਦਾ ਇਨਸਾਨੀਅਤ ਦੇ ਰਾਹ ਚੱਲਣ ਵਾਲਾ ਬਣ ਜਾਵੇਂ ਅਤੇ ਆਵੇਂ ਤਾਂ ਮੈਂ ਤੇਰੇ ਤੇ ਰਹਿਮਤ ਦੀ ਬਾਰਿਸ਼ ਕਰਕੇ ਤੇਰੇ ਸਭ ਗੁਨਾਹ ਧੋ ਦਿਆਂਗਾ। ਤੂੰ ਸੁਰਖਰੂ ਹੋ ਕੇ ਅੱਲਾਹ ਪਾਕ ਦੇ ਹਜ਼ੂਰ ਜਾ ਸਕੇਂਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਹੋਰ ਕੌਣ ਅਜਿਹੇ ਸ਼ਬਦ ਸਮੇਂ ਦੇ ਅਤੀ ਤਾਕਤਵਰ ਅਤੇ ਜ਼ਾਲਮ ਬਾਦਸ਼ਾਹ ਨੂੰ ਕਹਿ ਸਕਦਾ ਹੈ? ਅਜੇ 6 ਮਹੀਨੇ ਨਹੀਂ ਸਨ ਪਏ ਕਿ ਵਜ਼ੀਰ ਖਾਨ ਦੇ ਲਸ਼ਕਰ ਨੂੰ ਖਿਦਰਾਣੇ ਦੀ ਢਾਬ ਲਾਗੇ ਸਿੰਘਾਂ ਵੱਲੋਂ ਕਮਰ ਤੋੜ ਸ਼ਿਕਸਤ ਦਿੱਤੀ ਗਈ। ਦੁਨੀਆ ਨੂੰ ਇਹ ਸਾਬਿਤ ਕਰ ਦਿੱਤਾ ਕਿ ਇਹ ਕੌਮ ਸੁੱਚਾ ਸਪਾਤ ਹੈ। ਇਹ ਗਰਮੀ ਸਰਦੀ ਨਾਲ ਤਿੜਕਣ ਟੁੱਟਣ ਵਾਲੀ ਮਿੱਟੀ ਦੀ ਨਹੀਂ ਬਣੀ ਹੋਈ। ਇਹ ਸਭ ਜਾਵੀਏ ਅਤੇ ਮੰਜ਼ਰ ਸਾਈਂ ਬੁੱਲੇ ਸ਼ਾਹ ਦੀਆਂ ਅੱਖਾਂ ਸਾਹਮਣੇ ਵਾਪਰੇ ਹਨ। ਬਾਦਸ਼ਾਹ ਔਰੰਗਜ਼ੇਬ ਜ਼ਫਰਨਾਮਾ ਪੜ੍ਹ ਕੇ ਬਿਲਬਲਾ ਉੱਠਿਆ। ਬੜਾ ਪਸ਼ਚਾਤਾਪ ਕੀਤਾ ਜੋ ਉਸ ਵੱਲੋਂ ਆਪਣੇ ਪੁੱਤ ਸ਼ਹਿਜ਼ਾਦਾ ਮੁਅੱਜ਼ਮ ਨੂੰ ਲਿਖੀਆਂ ਚਿੱਠੀਆਂ ਤੋਂ ਜ਼ਾਹਿਰ ਹੁੰਦਾ ਹੈ। ਔਰੰਗਜ਼ੇਬ ਗੁਰੂ ਮਹਾਰਾਜ ਦੀ ਮੁਲਾਕਾਤ ਲਈ ਬੇਬਲ ਹੋ ਉੱਠਿਆ, ਪਰ ਸਮੇਂ ਨੇ ਉਸਦਾ ਸਾਥ ਨਾ ਦਿੱਤਾ। ਨਹੀਂ ਤਾਂ ਇਹ ਮੁਲਾਕਾਤ ਸਮੇਂ ਦਾ ਰੁਖ ਫੇਰ ਦਿੰਦੀ ਅਤੇ ਇਤਿਹਾਸ ਕੁਝ ਹੋਰ ਹੀ ਹੁੰਦਾ। ਬੰਦਾ ਸਿੰਘ ਬਹਾਦਰ ਦਾ ਪੰਜਾਬ ਵੱਲ ਆਉਣਾ। ਔਰੰਗਜ਼ੇਬ ਦੀ ਮੌਤ ਪਿੱਛੋਂ ਤਖ਼ਤ ਦੀ ਪ੍ਰਾਪਤੀ ਲਈ ਉਸਦੇ ਪੁੱਤਰਾਂ ਵਿਚਾਲੇ ਠਣ ਗਈ। ਸ਼ਹਿਜ਼ਾਦਾ ਮੁਅੱਜ਼ਮ ਜੋ ਪਿੱਛੋਂ ਬਹਾਦਰ ਸ਼ਾਹ ਬਣਿਆ ਨੇ ਆਪਣੇ ਨਿਕਟਵਰਦੀ ਭਾਈ ਨੰਦ ਲਾਲ ਅਤੇ ਪ੍ਰਸਿੱਧ ਵਜ਼ੀਰ ਮੁਨਈਮ ਖਾਨ ਰਾਹੀਂ ਗੁਰੂ ਚਰਨਾਂ ਦੀ ਅਸੀਸ ਪ੍ਰਾਪਤ ਕੀਤੀ। ਬਾਪ ਦੇ ਕੀਤੇ ਤੇ ਪਸ਼ਚਾਤਾਪ ਕਰਦਿਆਂ ਅਰਜ਼ ਗੁਜ਼ਾਰੀ ਕੀਤੀ ਕਿ ਜੇ ਸਤਿਗੁਰਾਂ ਦੀ ਅਪਾਰ ਕਿਰਪਾ ਨਾਲ ਰਾਜ ਗੱਦੀ ਉਸਨੂੰ ਮਿਲ ਜਾਵੇ ਤਾਂ ਉਹ ਹੱਕ ਇਨਸਾਫ ਤੇ ਚੱਲਦਾ ਹੋਇਆ ਤਵੱਸਬ ਤੋਂ ਉੱਪਰ ਉੱਠ ਕੇ ਹਰ ਧਰਮ ਨੂੰ ਬਰਾਬਰ ਸਮਝ ਕੇ ਬਿਨਾਂ ਰੂ ਰਿਆਇਤ ਦੇ ਰਾਜ ਕਰੇਗਾ। ਰਾਜ ਜਨਤਾ ਦੇ ਹਿੱਤ ਪ੍ਰਾਇਣ ਹੋਵੇਗਾ। ਜਿੰਨਾ ਹੁਣ ਤੱਕ ਲੋਕਾਂ ਉੱਤੇ ਅਤੇ ਖਾਸ ਕਰ ਗੁਰੂ ਘਰ ਦੇ ਨਾਲ ਵਧੀਕੀ ਕੀਤੀ ਗਈ ਹੈ, ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਦੰਡ ਦੇਵੇਗਾ। ਖੂਨ ਡੋਲਣ ਵਾਲੇ ਜ਼ਾਲਮ ਕਸਾਸ ਵਜੋਂ ਉਸ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੇ ਜਾਣਗੇ। ਜਜ਼ੀਆ ਬੰਦ ਕੀਤਾ ਜਾਵੇਗਾ। ਜ਼ਬਰਦਸਤੀ ਕਿਸੇ ਦਾ ਧਰਮ ਖੋਹਣ ਅਤੇ ਮੰਦਰ ਢਾਉਣੇ ਮਨ੍ਹਾ ਹੋਵੇਗਾ। ਉਹ 42 ਅਫਸਰ ਅਤੇ ਰਾਜੇ ਜਿਨ੍ਹਾਂ ਗੁਰੂ ਘਰ ਤੇ ਜ਼ੁਲਮ ਕੀਤਾ, ਗੁਰੂ ਜੀ ਦੇ ਹਵਾਲੇ ਕੀਤੇ ਜਾਣਗੇ। ਗੁਰੂ ਜੀ ਉਹਨਾਂ ਨੂੰ ਦੰਡ ਦੇਣ ਜਾਂ ਬਖਸ਼ ਦੇਣ, ਇਸ ਵਿੱਚ ਕੋਈ ਕਿੰਤੂ ਨਹੀਂ ਕਰੇਗਾ। ਆਦਿ ਜਿਸ ਮੁਗਲੀਆ ਘਰਾਣੇ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਅਤੇ ਚੱਕੀ ਪਿਸਵਾਈ, ਸ਼੍ਰੀ ਗੁਰੂ ਅੰਗਦ ਦੇਵ ਜੀ ਤੇ ਤਲਵਾਰ ਚੁੱਕੀ, ਗੁਰੂ ਅਰਜਨ ਦੇਵ ਜੀ ਨੂੰ ਸਾਜ਼ਿਸ਼ ਰਚ ਕੇ ਸ਼ਹੀਦ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਮੁਕਾਉਣ ਲਈ ਹਰ ਯਤਨ ਕੀਤਾ ਅਤੇ ਫੌਜਾਂ ਚਾੜ੍ਹੀਆਂ। ਸ਼੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੂੰ ਚਾਂਦਨੀ ਚੌਕ ਦਿੱਲੀ ਵਿਖੇ ਇਸ ਲਈ ਸ਼ਹੀਦ ਕੀਤਾ ਕਿ ਉਹਨਾਂ ਬੇਆਸਰਿਆਂ ਅਤੇ ਮਜ਼ਲੂਮਾਂ ਦੀ ਬਿਖੜੇ ਸਮੇਂ ਬਾਂਹ ਫੜੀ। ਇਸ ਜ਼ੁਲਮ ਦੇ ਤੂਫਾਨ ਨੂੰ ਠੱਲ ਪਾਉਣ ਲਈ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਸਾਰੇ ਪਰਿਵਾਰ ਦੀ ਸ਼ਹਾਦਤ ਦੇਣੀ ਪਈ ਅਤੇ ਨਾਲ ਹਜ਼ਾਰਾਂ ਸਿੰਘ ਸ਼ਹੀਦ ਹੋਏ। ਆਨੰਦਪੁਰ ਤਬਾਹ ਕੀਤਾ ਗਿਆ। ਜਦ ਉਸ ਮੁਗਲ ਘਰਾਣੇ ਦੇ ਬਦਤਰੀਨ ਕਿਸਮ ਦੇ ਜ਼ਾਲਮ ਬਾਦਸ਼ਾਹ ਦਾ ਪੁੱਤਰ ਗੁਰੂ ਘਰ ਨੂੰ ਬੇਨਤੀ ਕਰਦਾ ਹੈ
ਕਿ ਜੇ ਉਸਨੂੰ ਸਹਾਇਤਾ ਕਰਕੇ ਰਾਜ ਦਵਾ ਦਿੱਤਾ ਜਾਵੇ ਤਾਂ ਉਹ ਬਿਲਕੁਲ ਲੋਕ ਭਲਾਈ ਵਾਲਾ ਰਾਜ ਚਲਾਵੇਗਾ, ਤਾਂ ਇਹ ਗੁਰੂ ਨਾਨਕ ਦੇ ਘਰ ਦੀ ਅਨੋਖੀ ਸ਼ਾਨ ਹੈ ਕਿ ਉਸ ਉੱਤੇ ਵੀ ਬਖਸ਼ਿਸ਼ ਕੀਤੀ ਗਈ। ਐਸੇ ਰਾਜ ਦੀ ਸਥਾਪਤੀ ਲਈ ਉਹਨਾਂ ਵੱਲੋਂ ਸ਼ਸਤਰਧਾਰੀ ਸਿੰਘਾਂ ਦੀ ਫੌਜ ਭੇਜੀ ਗਈ, ਜਿਨ੍ਹਾਂ ਨੇ ਭਰਾਵਾਂ ਵਿਚਕਾਰ ਤਖ਼ਤ ਦੀ ਪ੍ਰਾਪਤੀ ਲਈ ਹੋ ਰਹੀ ਜੰਗ ਵਿੱਚ ਸ਼ਾਮਿਲ ਹੋ ਕੇ ਲੜਾਈ ਦਾ ਪਾਸਾ ਹੀ ਪਲਟ ਦਿੱਤਾ। ਮੁਹੰਮਦ ਮੁਅੱਜ਼ਮ ਦੀ ਜਿੱਤ ਹੋਈ ਅਤੇ ਮੁਹੰਮਦ ਆਜ਼ਮ ਸਿੰਘਾਂ ਹੱਥੋਂ ਮਾਰਿਆ ਗਿਆ। ਮੁਹੰਮਦ ਮੁਅੱਜ਼ਮ ਤਾਜ ਤਖ਼ਤ ਦਾ ਮਾਲਕ ਬਣਿਆ ਅਤੇ ਬਹਾਦਰ ਸ਼ਾਹ ਬਣਿਆ। ਤਖ਼ਤ 'ਤੇ ਬੈਠ ਕੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਸਤਿਕਾਰ ਕੀਤਾ, ਪਰ ਖੁਦਗਰਜੀ ਵੱਸ ਹੋ ਕੇ ਕੀਤੇ ਕਰਾਏ ਵਾਅਦੇ ਸਭ ਭੁੱਲ ਗਿਆ। ਗੁਰੂ ਮਹਾਰਾਜ ਨੇ ਬਹਾਦਰ ਸ਼ਾਹ ਨੂੰ ਕੋਈ ਸਰਾਪ ਜਾਂ ਬਦਦੁਆ ਨਹੀਂ ਦਿੱਤੀ, ਪਰ ਅਹਿਸਾਸ ਜ਼ਰੂਰ ਕਰਾ ਦਿੱਤਾ ਕਿ ਜੇ ਉਹ ਕੁਝ ਕਰਨ ਤੋਂ ਝਿਜਕੇਦਾ ਅਤੇ ਆਪਣੇ ਆਪ ਨੂੰ ਅਸਮਰੱਥ ਸਮਝਦਾ ਤਾਂ ਸਮਰੱਥ ਖਾਲਸਾ ਉਸ ਨੂੰ ਉਸ ਦੀਆਂ ਅੱਖਾਂ ਸਾਹਮਣੇ ਹੀ ਕਰ ਵਿਖਾਵੇਗਾ। ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਗੁਰੂ ਕਾਂਸ਼ੀ ਵਿਖੇ 9 ਮਹੀਨੇ ਅਤੇ 9 ਦਿਨ ਵਿਸ਼ਰਾਮ ਤੋਂ ਉਪਰੰਤ ਦੱਖਣ ਦੇਸ਼ ਵੱਲ ਪਿਆਨਾ ਕਰਨ ਲੱਗਿਆਂ ਬਹੁਤ ਸਾਰੇ ਸਿੰਘਾਂ ਨੂੰ ਵਾਪਸ ਘਰਾਂ ਨੂੰ ਜਾਣ ਦੀਆਂ ਛੁੱਟੀਆਂ ਬਖਸ਼ਣ ਦਾ ਉਪਦੇਸ਼ ਕੀਤਾ। ਸਤਿਗੁਰ ਦੇ ਭਾਣੇ ਵਿੱਚ ਰਹਿਣਾ ਹੈ, ਹੱਕ ਹਲਾਲ ਦੀ ਕਮਾਈ ਕਰਕੇ ਵੰਡ ਛਕਣੀ, ਜ਼ੁਲਮ ਦੇ ਟਾਕਰੇ ਲਈ ਸਦਾ ਤਿਆਰ ਰਹਿਣਾ। ਦੱਖਣੋਂ ਅਸੀਂ ਕਦ ਮੁੜਾਂਗੇ ਜਾਂ ਮੁੜਾਂਗੇ ਵੀ ਕਿ ਨਹੀਂ, ਅਕਾਲ ਪੁਰਖ ਦੇ ਹੁਕਮ ਵਿੱਚ ਹੈ। ਜੋ ਆਦੇਸ਼ ਹੁਕਮਨਾਮੇ ਦੇ ਰੂਪ ਵਿੱਚ ਖਾਲਸਾ ਜੀ ਨੂੰ ਪਹੁੰਚੇ, ਉਸ ਦੀ ਪੂਰਤੀ ਲਈ ਤਿਆਰ ਰਹਿਣਾ। ਸ਼ਸਤਰ ਸ਼ਕਤੀ ਦਾ ਰੂਪ ਹਨ, ਤੁਹਾਡੇ ਜਿਸਮ ਦਾ ਅੰਗ ਹਨ, ਇਹ ਦੂਰ ਨਹੀਂ ਕਰਨੇ। ਖਾਲਸੇ ਦੀ ਨਿੱਤ ਚੜ੍ਹਦੀ ਕਲਾ ਹੋਵੇਗੀ, ਸਿਵਾਏ ਅਕਾਲ ਪੁਰਖ ਤੋਂ ਕਿਸੇ ਦਾ ਭੈ ਨਹੀਂ ਮੰਨਣਾ। ਹਰ ਕਾਰ ਵਿਹਾਰ ਦਾ ਫੈਸਲਾ ਗੁਰਮਤਿ ਰਾਹੀਂ ਕਰਨਾ, ਆਪਸ ਵਿੱਚ ਇਤਫਾਕ ਰੱਖਣਾ। ਜੰਗ ਯੁੱਧ ਵੇਲੇ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ। ਜਿੱਤ ਜਾਂ ਸ਼ਹਾਦਤ ਤੁਹਾਡਾ ਨਸੀਬ ਹੈ। ਜੰਗ ਵਿੱਚ ਹਾਰਨਾ ਪਾਪ ਨਹੀਂ, ਪਰ ਹਾਰ ਮੰਨ ਜਾਣਾ ਸਭ ਤੋਂ ਵੱਡਾ ਪਾਪ ਹੈ। ਤੁਸੀਂ ਅਕਾਲ ਪੁਰਖ ਦੀ ਫੌਜ ਹੋ। ਜੰਗ ਵਿੱਚ ਵੀ ਸੱਚ ਅਤੇ ਧਰਮ ਨੂੰ ਹੱਥੋਂ ਨਹੀਂ ਛੱਡਣਾ। ਜ਼ਖਮੀ ਡਿੱਗੇ ਹੋਏ ਬੱਚੇ, ਬੁੱਢੇ, ਔਰਤ ਤੇ ਜਿਸ ਨੇ ਸ਼ਸਤਰ ਸੁੱਟ ਦਿੱਤੇ ਹੋਣ ਅਤੇ ਮੈਦਾਨੋਂ ਭੱਜ ਨਿਕਲਿਆ ਹੋਵੇ, ਵਾਰ ਨਹੀਂ ਕਰਨਾ। ਲੰਗਰ ਵਿੱਚ ਵਿਤਕਰਾ ਨਾ ਹੋਵੇ ਅਤੇ ਲੰਗਰ ਨਗਾਰੇ ਦੀ ਚੋਟ ਲਾ ਕੇ ਛਕਾਇਆ ਜਾਵੇ। ਗੁਰੂ ਨਾਨਕ ਦਾ ਲੰਗਰ, ਜਿਸ ਦਾ ਸੰਚਾਲਕ ਖਾਲਸਾ ਹੈ, ਸਾਰੀ ਮਨੁੱਖਤਾ ਲਈ ਹੈ। ਗੁਰੂ ਸਦਾ ਤੁਹਾਡਾ ਸਹਾਈ ਹੋਵੇਗਾ। ਦਮਦਮਾ ਸਾਹਿਬ ਵਿਖੇ ਜੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤਿਆਰ ਕੀਤੇ ਗਏ ਸਨ, ਉਹਨਾਂ 'ਚੋਂ ਇੱਕ ਨਾਲ ਲੈ ਕੇ ਦੱਖਣ ਨੂੰ ਚਾਲੇ ਪਾ ਦਿੱਤੇ। ਕੁਝ ਕੁ ਹਜ਼ੂਰੀ ਸਿੰਘਾਂ ਤੋਂ ਬਿਨਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਦਸ਼ਮੇਸ਼ ਜੀ ਨਾਲ ਰਹੇ। ਬਹਾਦਰ ਸ਼ਾਹ ਆਪਣੇ ਲਸ਼ਕਰ ਨਾਲ ਦੱਖਣ ਵੱਲ ਜਾ ਰਿਹਾ ਸੀ। ਉਹ ਵੀ ਕਈ ਮੰਜ਼ਲਾਂ ਗੁਰੂ ਦੇ ਸਾਥ ਦਾ ਸੁਭਾਗ ਕਰਦਾ ਰਿਹਾ। ਨੰਦੇੜ ਪਹੁੰਚ ਕੇ ਗੁਰੂ ਮਹਾਰਾਜ ਨੇ ਇੱਥੇ ਟਿਕਾਣਾ ਕੀਤਾ। ਬਾਦਸ਼ਾਹ ਬਹਾਦਰ ਸ਼ਾਹ ਗੁਜਰਾਤ ਵੱਲ ਉੱਠੀ ਬਗਾਵਤ ਨੂੰ ਦਬਾਉਣ ਲਈ ਜਾਣ ਲੱਗਾ ਦਸ਼ਮੇਸ਼ ਜੀ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ, ਕਿਉਂਕਿ ਉਹ ਸਮਝਦਾ ਸੀ ਕਿ ਗੁਰੂ ਘਰ ਨਾਲ ਕੀਤੇ ਕੌਲ ਤੋਂ ਉਹ ਫਿਰ ਗਿਆ ਹੈ ਅਤੇ ਗੁਰੂ ਸਾਹਿਬ ਪਿੱਛੇ ਰਹਿ ਕੇ ਕਿਤੇ ਕੋਈ ਫਸਾਦ ਨਾ ਖੜਾ ਕਰ ਦੇਣ। ਪਰ ਇਹ ਉਸ ਦੀ ਸਰਾਸਰ ਭੁੱਲ ਸੀ, ਜਿਵੇਂ ਕਿ ਪਿੱਛੋਂ ਹਾਲਾਤਾਂ ਨੇ ਸਿੱਧ ਕਰ ਦਿੱਤਾ। ਬਾਦਸ਼ਾਹ ਦਾ ਤੌਖਲਾ ਦੂਰ ਕੀਤਾ ਅਤੇ ਉਹ ਅੱਗੇ ਤੁਰ ਗਿਆ। ਨੰਦੇੜ ਵਿਖੇ ਇੱਕ ਇਤਿਹਾਸਿਕ ਘਟਨਾ ਵਾਪਰੀ, ਜਿਸ ਨੇ ਸਮੇਂ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ। ਮਾਧੋਦਾਸ ਬੈਰਾਗੀ ਦੇ ਨਸੀਬ ਜਾਗ ਪਏ। ਭਟਕਦੀ ਰੂਹ ਨੂੰ ਸੱਚਾ ਮੁਰਸ਼ਿਦ ਮਿਲ ਗਿਆ। ਅੰਮ੍ਰਿਤ ਦੀ ਦਾਤ ਪਾ ਕੇ ਮਾਧੋਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣ ਗਿਆ। ਦੁਨੀਆ ਤੋਂ ਅਟੱਕ ਹੋ ਕੇ ਅਰਥਹੀਣ ਜੀਵਨ ਬਿਤਾਉਣ ਵਾਲਾ ਖਾਲਸੇ ਦਾ ਸਿਰਮੌਰ ਜਥੇਦਾਰ ਬਣ ਗਿਆ। ਕੱਲ੍ਹ ਜੋ ਸਾਧਾਂ ਸੰਤਾਂ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਦੁਆਰਾ ਕੋਝੇ ਮਖੌਲਾਂ, ਮਸ਼ਕੂਲਿਆਂ ਅਤੇ ਭੈੜੀਆਂ ਹਰਕਤਾਂ ਕਾਰਨ ਕਾਂਬਾ ਚੜ੍ਹਾਈ ਰੱਖਦਾ ਸੀ, ਅੱਜ ਉਹਨਾਂ ਨੂੰ ਉਭਾਰਨ ਲਈ ਉਹਨਾਂ ਦਾ ਸੇਵਕ ਅਤੇ ਰੱਖਿਅਕ ਬਣ ਗਿਆ। ਜ਼ਿੰਦਗੀ ਦੀ ਘੋਰ ਧੂੜ ਵਿੱਚ ਰੁਲਦਾ ਲੋਹੇ ਦਾ ਨਿਮਾਣਾ ਟੁਕੜਾ ਪਾਰਸ ਦੀ ਇੱਕ ਛੋਹ ਨਾਲ ਸਵਰਨ ਬਣ ਗਿਆ। ਬੇਅਰਥ ਜੀਵਨ ਪਰਮਾਰਥੀ ਜੀਵਨ ਵਿੱਚ ਬਦਲ ਗਿਆ। ਇਸ ਜੀਵਨ ਪਲਟੇ ਨੇ ਇਤਿਹਾਸ ਵਿੱਚ ਇੱਕ ਬਹੁਤ ਹੀ ਵੱਡੇ ਪਰਿਵਰਤਨ ਦਾ ਮੁੱਢ ਬੰਨ੍ਹ ਦਿੱਤਾ। ਜ਼ੁਲਮ ਦੇ ਖਲਵਾੜੇ ਨੂੰ ਚੰਗਿਆੜਾ ਲੱਗ ਗਿਆ। ਭਮਾਕਾ ਉੱਠਿਆ ਅਤੇ ਪਲ ਭਰ ਵਿੱਚ ਸਾਰਾ ਖਲਵਾੜਾ ਸੜ ਕੇ ਸੁਆਹ ਦਾ ਢੇਰ ਬਣ ਕੇ ਰਹਿ ਗਿਆ।
ਪੰਜਾਬ ਦੇ ਹਾਲਾਤ, ਪਹਾੜੀ ਰਾਜਿਆਂ ਅਤੇ ਮੁਗਲ ਹਾਕਮਾਂ ਦੀਆਂ ਵਧੀਕੀਆਂ ਦੇ ਭਾਂਬੜਾਂ ਨੂੰ ਬੁਝਾਉਣ ਲਈ ਗੁਰੂ ਪਰਿਵਾਰ ਦਾ ਬਲੀਦਾਨ, ਹਜ਼ਾਰਾਂ ਸਿੰਘਾਂ ਦੀਆਂ ਸ਼ਹਾਦਤਾਂ ਦੀ ਵਿਥਿਆ ਸਿੰਘਾਂ ਪਾਸੋਂ ਸੁਣ ਸੁਣ ਕੇ ਬੰਦਾ ਸਿੰਘ ਭੱਫ ਕੇ ਤਾਂਬੇ ਵਾਂਗ ਸੁਰਖ ਹੋ ਗਿਆ। ਹੁਣ ਨੰਦੇੜ ਵਿਖੇ ਹੋਰ ਅਟਕਣਾ ਉਸ ਦੇ ਵੱਸ ਚੋਂ ਬਾਹਰ ਹੋ ਚੁੱਕਾ ਸੀ। ਉਸ ਦੇ ਦਿਲ ਚੋਂ ਹੂਕ ਉੱਠ ਰਹੀ ਸੀ ਕਿ ਗੁਰੂ ਘਰ ਦੇ ਦੋਖੀ ਅਤੇ ਮਜ਼ਲੂਮ, ਨਿਰਬਲਾਂ ਤੇ ਅਕਹਿ ਅਤਿਆਚਾਰ ਕਰਨ ਵਾਲੇ ਜਿਉਂਦੇ ਹਨ ਅਤੇ ਦਣਦਣਾਉਂਦੇ ਫਿਰਦੇ ਹਨ। ਧ੍ਰਿਗ ਹੈ ਮੇਰਾ ਜਿਉਣਾ, ਅਤੇ ਜੇ ਇੱਕ ਇੱਕ ਦੁਸ਼ਟ ਨੂੰ ਫੜ ਕੇ ਕੀਤੀ ਦਾ ਫਲ ਨਾ ਭੁਗਤਾਵਾਂ। ਮੈਂ ਕਲਗੀਧਰ ਤੋਂ ਅੰਮ੍ਰਿਤ ਪਾਣ ਕਰਕੇ ਸਿੰਘ ਸਜਿਆ ਹਾਂ। ਮੈਂ ਅੰਮ੍ਰਿਤ ਨੂੰ ਲਾਜ ਨਹੀਂ ਲਾਵਾਂਗਾ। ਬਸ ਇਹ ਹੀ ਸਿੱਕ ਹੈ ਕਿ ਮੇਰਾ ਮਾਲਕ ਆਪਣੇ ਬੰਦੇ ਨੂੰ ਆਗਿਆ ਬਖਸ਼ੇ ਅਤੇ ਅਸੀਸ ਦੇ ਕੇ ਪੰਜਾਬ ਵੱਲ ਤੋਰ ਦੇਵੇ। ਦਿਲ ਦੇ ਵਲਵਲੇ ਸ਼ਬਦਾਂ ਦਾ ਰੂਪ ਧਾਰ ਕੇ ਜ਼ੁਬਾਨ 'ਤੇ ਆ ਗਏ। ਬੜੀ ਨਿਮਰਤਾ ਨਾਲ ਦਸ਼ਮੇਸ਼ ਜੀ ਦੇ ਹਜ਼ੂਰ ਅਰਜ਼ੋਈ ਕੀਤੀ ਕਿ ਦਾਤਾ ਜੀ, ਜਿੱਥੇ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਸਿੰਘ ਜੀਵਨ ਬਖਸ਼ਿਆ ਅਤੇ ਆਪਣੇ ਬਲਕਾਰ ਖਾਲਸੇ ਵਿੱਚ ਅਭੇਦ ਕਰ ਲਿਆ ਹੈ, ਹੁਣ ਥਾਪੜਾ ਦੇ ਕੇ ਆਗਿਆ ਬਖਸ਼ੋ ਅਤੇ ਪੰਜਾਬ ਵੱਲ ਤੋਰੋ, ਤਾਂ ਜੋ ਮੈਂ ਡੁੱਲੇ ਪਵਿੱਤਰ ਖੂਨੀ ਅਤੇ ਅਨੇਕਾਂ ਸ਼ਹੀਦਾਂ ਦਾ ਖੂਨ ਡੋਲਣ ਵਾਲਿਆਂ ਦੀ ਸੁਧਾਈ ਕਰ ਸਕਾਂ। ਦਿਲ ਨਹੀਂ ਚਾਹੁੰਦਾ ਆਪ ਜੀ ਦੇ ਚਰਨਾਂ ਤੋਂ ਪਲ ਲਈ ਵੀ ਪਰੇ ਹੋਵਾਂ, ਪਰ ਪੰਜਾਬ ਦੀ ਧਰਤੀ 'ਤੇ ਡੁੱਲਿਆ ਮੇਰੇ ਸ਼ਹੀਦ ਵੀਰਾਂ ਦਾ ਖੂਨ ਮੈਨੂੰ ਵੰਗਾਰ ਰਿਹਾ ਹੈ। ਆਪ ਦੀ ਬਖਸ਼ਿਸ਼ ਨਾਲ ਮੈਂ ਮੁਗਲਾਂ ਦੀ ਆਕੜ ਅਤੇ ਸੀਨਾ ਜੋਰੀ ਨੂੰ ਤੇਗ ਦੀ ਧਾਰ 'ਤੇ ਤੋਲ ਦਿਆਂਗਾ। ਵਿਰਾਗ ਨੇ ਜੀਵਨ 'ਚੋਂ ਸੱਤਿਆ ਕੱਢ ਕੇ ਅਧਮੋਇਆ ਕਰਕੇ ਮਿੱਟੀ ਵਿੱਚ ਰਲਾ ਛੱਡਿਆ ਸੀ। ਹੁਣ ਅੰਮ੍ਰਿਤ ਦੀ ਰਹਿਮਤ ਨੇ ਮੇਰੇ ਮੁਰਦਾ ਜਿਸਮ ਵਿੱਚ ਤੂਫਾਨ ਪੈਦਾ ਕਰ ਦਿੱਤਾ ਹੈ। ਇਸ ਵਿੱਚ ਲੱਖਾਂ ਬਿਜਲੀਆਂ ਗਰਜ ਰਹੀਆਂ ਹਨ। ਇਹ ਤੂਫਾਨ ਹੁਣ ਨੰਦੇੜ ਵਿਖੇ ਰੁਕਣ ਵਾਲਾ ਨਹੀਂ। ਇਹ ਇੱਥੋਂ ਉੱਠ ਕੇ ਪੰਜਾਬ 'ਤੇ ਝੁੱਲੇਗਾ। ਇਸ ਵਿੱਚ ਚਮਕਦੀਆਂ ਗਰਜਦੀਆਂ ਬਿਜਲੀਆਂ ਦੁਸ਼ਟਾਂ ਦੇ ਹੰਕਾਰੀ ਸਿਰਾਂ 'ਤੇ ਟੁੱਟਣਗੀਆਂ। ਮੇਰੇ ਮਾਲਕ ਮਿਹਰ ਕਰੋ ਅਤੇ ਆਗਿਆ ਬਖਸ਼ੋ। ਗੁਰੂ ਜੀ ਨੇ ਪ੍ਰਸੰਨ ਹੋ ਕੇ ਅਸੀਸ ਕੀਤੀ। ਉਸ ਨੂੰ ਉਸ ਦੇ ਸਾਰੇ ਫਰਜ਼ ਸਮਝਾਏ। ਆਪਣੇ ਭੱਥੇ 'ਚੋਂ 5 ਤੀਰ ਬਖਸ਼ੇ। ਸ਼੍ਰੀ ਸਾਹਿਬ ਨਿਸ਼ਾਨ ਅਤੇ ਨਗਾਰਾ ਦੇ ਕੇ ਬਖਸ਼ਿਸ਼ਾਂ ਦੀ ਮਹਿਰਾਮਤ ਕੀਤੀ। ਨਸੀਹਤ ਕੀਤੀ ਕਿ ਹਰ ਫੈਸਲਾ ਮੁਖੀ 5 ਸਿੰਘਾਂ ਨਾਲ ਗੁਰਮਤਾ ਕਰਕੇ ਲੈਣਾ ਹੈ। ਖਾਲਸੇ ਦੇ ਅਧੀਨ ਰਹਿਣਾ ਹੈ। ਆਪਣੇ ਆਪ ਨੂੰ ਖਾਲਸਾ ਜੀ ਤੋਂ ਉੱਚਾ ਨਹੀਂ ਸਮਝਣਾ, ਨਾ ਹੀ ਖਾਲਸੇ ਦੀ ਮਰਜ਼ੀ ਦੇ ਉਲਟ ਕੋਈ ਕਦਮ ਚੁੱਕਣਾ ਹੈ। ਖਾਲਸੇ ਦੇ ਸਮਾਨ ਬੈਠਣਾ ਹੈ, ਉਚੇਰੀ ਥਾਂ 'ਤੇ ਨਹੀਂ ਬੈਠਣਾ। ਵਾਹਿਗੁਰੂ ਸਦਾ ਅੰਗ ਸੰਗ ਹੋਵੇਗਾ। ਬੰਦਾ ਸਿੰਘ ਜਦ ਨੰਦੇੜੋਂ ਚੱਲਿਆ ਤਾਂ ਸਾਰਾ 26 ਸਿੰਘਾਂ ਦਾ ਜਥਾ ਸੀ। 25 ਹੋਰ ਸਿੰਘ ਅਤੇ 26ਵਾਂ ਆਪ ਬਾਬਾ ਵਿਨੋਦ ਸਿੰਘ, ਕਾਹਨ ਸਿੰਘ, ਬਾਜ ਸਿੰਘ, ਫਤਿਹ ਸਿੰਘ, ਰਾਮ ਸਿੰਘ ਅਤੇ ਸੁੱਖਾ ਸਿੰਘ, ਉੱਗੇ ਸਿੰਘ ਇਹਨਾਂ ਵਿੱਚ ਸ਼ਾਮਿਲ ਸਨ। ਇਹ ਜਥਾ ਮਾਰੋ ਮਾਰ ਕਰਦਾ ਹੋਇਆ ਪੜਾਓ ਪੜਾਈ ਸ਼ਹਿਰ ਖਰਖੌਡਾ ਪਾਸ, ਪਿੰਡ ਖੰਡਾ ਅਤੇ ਨਹਿਰੀ ਦਰਮਿਆਨ, ਜੋ ਦਿੱਲੀਓਂ ਲਹਿੰਦੇ ਦੱਖਣ ਵਿੱਚ ਕੁਝ ਫਾਸਲੇ 'ਤੇ ਸੀ, ਵਿਖੇ ਜਾ ਪੜਾ ਕੀਤਾ। ਇੱਥੋਂ ਮਾਝੇ ਮਾਲਵੇ ਦੁਆਬੇ ਨੂੰ ਪਰਵਾਣੇ ਤੋਰੇ ਕਿ ਸਿੰਘ ਸ਼ਸਤਰਬੱਧ ਹੋ ਕੇ ਜਲਦੀ ਤੋਂ ਜਲਦੀ ਆ ਮਿਲਣ। ਮੁਕਤਸਰ ਸਾਹਿਬ ਦੀ ਲੜਾਈ ਤੋਂ ਪਿੱਛੋਂ ਜਦੋਂ ਦਸ਼ਮੇਸ਼ ਜੀ ਕੁਝ ਸਮਾਂ ਤਲਵੰਡੀ ਸਾਬੋ ਕੀ ਰਹਿ ਕੇ ਦੱਖਣ ਨੂੰ ਚਲੇ ਗਏ ਸਨ ਅਤੇ ਸਿੰਘਾਂ ਨੂੰ ਖੁਸ਼ੀਆਂ ਬਖਸ਼ ਕੇ ਘਰਾਂ ਨੂੰ ਤੋਰ ਗਏ ਸਨ, ਬਸ ਇਸੇ ਸੁਨੇਹੇ ਦੀ ਉਡੀਕ ਵਿੱਚ ਸਨ ਕਿ ਜੋ ਬੰਦਾ ਸਿੰਘ ਦੇ ਭੇਜੇ ਆਦਮੀਆਂ ਨੇ ਆਣ ਦਿੱਤਾ। ਬਸ ਫਿਰ ਦੇਰ ਕਾਹਦੀ ਸੀ, ਵਹੀਰਾਂ ਘੱਤ ਕੇ ਸਿੰਘ ਆਣ ਮਿਲੇ। ਮਾਝੇ ਦਿਆਂ ਸਿੰਘ ਨੂੰ ਕੁਝ ਔਖ ਆਈ, ਕਿਉਂਕਿ ਸੂਬਾ ਸਰਹੰਦ ਅਤੇ ਮਲੇਰਕੋਟਲਾ ਦੀਆਂ ਰਲਵੀਆਂ ਫੌਜਾਂ ਨੇ ਰਸਤੇ ਖਾਸਕਰ ਦਰਿਆ ਸਤਲੁਜ ਦੇ ਪੱਤਣ ਰੋਕੇ ਹੋਏ ਸਨ। ਇਹ ਸਿੰਘ ਕਈ ਔਕੜਾਂ ਝਾਂਗਦੇ ਹੋਏ ਕੀਰਤਪੁਰ ਪਹੁੰਚੇ। ਇੱਥੋਂ ਅੱਗੇ ਵੱਧ ਕੇ ਰੋਪੜ ਲਾਗਿਓਂ ਦਰਿਆ ਸਤਲੁਜ ਟੱਪ ਕੇ ਵੈਰੀ ਨੂੰ ਮਾਰਦੇ ਕੱਟਦੇ ਹੋਏ ਬਨੂੜ ਅਤੇ ਖਰੜ ਵਿਚਕਾਰ ਬੰਦਾ ਸਿੰਘ ਨੂੰ ਜਾ ਮਿਲੇ। ਇਸ ਵੇਲੇ ਤੀਕ ਬੰਦਾ ਸਿੰਘ ਇਸਮਾਈਲਾਬਾਦ, ਮੁਸਤਫਾਬਾਦ, ਸਢੌਰਾ ਕਪੂਰੀ, ਅਜੀਜ਼ਾਬਾਦ ਵਗੈਰਾ ਦੀ ਸੁਧਾਰੀ ਕਰ ਚੁੱਕਾ ਸੀ। ਹੁਣ ਵਾਰੀ ਆਈ ਸਰਹੰਦ ਦੀ। ਚੱਪੜਚਿੜੀ ਦੀ ਜੰਗ। ਜਦ ਬੰਦਾ ਸਿੰਘ ਨੇ ਸ਼ਹਿਰ ਖਰਖੌਡੇ ਨਜ਼ਦੀਕ ਪਿੰਡ ਖੰਡੇ ਪਾਸ ਦਿੱਲੀ ਨੂੰ ਜਾ ਰਿਹਾ ਸ਼ਾਹੀ ਖਜ਼ਾਨਾ, ਹਥਿਆਰ, ਘੋੜੇ ਅਤੇ ਬਹੁਤ ਸਾਰਾ ਮਾਲ ਅਸਬਾਬ ਲੁੱਟ ਲਿਆ ਅਤੇ ਫੌਜੀ ਦਸਤਾ
ਮਾਰ ਖਾ ਕੇ ਭੱਜ ਗਿਆ ਤਾਂ ਵਜ਼ੀਰ ਖਾਂ ਵੀ ਸਮਝ ਗਿਆ ਕਿ ਉਹਦੇ ਸਿਰ 'ਤੇ ਵੀ ਛੇਤੀ ਹੀ ਕਿਆਮਤ ਟੁੱਟਣ ਵਾਲੀ ਹੈ। ਉਸਨੇ ਬੜੀ ਜ਼ਬਰਦਸਤ ਤਿਆਰੀ ਆਰੰਭੀ ਹੋਈ ਸੀ। ਸੁੱਖ ਉਹ ਦਿਨ ਵੀ ਆ ਪਹੁੰਚਿਆ ਜਦ ਕੀਤੀਆਂ ਕਰਤੂਤਾਂ ਦਾ ਫਲ ਝੋਲੀ ਪੈਣਾ ਸੀ। ਦੋਵੇਂ ਦਲ ਚੱਪੜਚਿੜੀ ਦੇ ਮੈਦਾਨ ਵਿੱਚ 12 ਮਈ 1710 ਵਾਲੇ ਦਿਨ ਮੱਥੇ ਜੋੜ ਕੇ ਜੁਟ ਪਏ। ਤੋਪਾਂ ਦੀ ਗੜਗਾਹਟ ਅਤੇ ਵਰਦੀ ਅੱਗ ਨੇ ਲੋਟੂ ਟੋਲੇ ਜੋ ਬੰਦਾ ਸਿੰਘ ਦੀ ਚੜ੍ਹਤ ਨੂੰ ਵੇਖ ਕੇ ਲੁੱਟ ਮਾਰ ਦੇ ਲਾਲਚ ਵੱਸ ਹੋ ਕੇ ਨਾਲ ਨਾਲ ਗਏ ਸਨ, ਧੂੜ ਦੇ ਬੱਦਲਾਂ ਵਾਂਗ ਕਿਧਰੇ ਉਡਾ ਦਿੱਤੇ। ਧਰਮੀ ਅਤੇ ਅਸਲੀ ਸਿੰਘ ਤੋਪਾਂ, ਬੰਦੂਕਾਂ ਅਤੇ ਤੀਰਾਂ ਦੀ ਬੁਛਾੜ ਮੂਹਰੇ ਸੀਨੇ ਤਾਣ ਚਟਾਨਾਂ ਵਾਂਗ ਡਟ ਗਏ। ਬੰਦਾ ਸਿੰਘ ਦੇ ਸੂਰਮੇ ਸਿੰਘਾਂ ਪਾਸ ਕਿਸੇ ਤੋਪ ਦੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਸੇ ਵਿਰਲੇ ਟਾਵੇਂ ਪਾਸ ਗੱਜ ਨਾਲ ਠੋਕ ਕੇ ਚਲਾਉਣ ਵਾਲਾ ਰਾਮ ਜੰਗਾ, ਕੁਝ ਪਾਸ ਤੀਰ ਕਮਾਨ, ਬਹੁਤਿਆਂ ਪਾਸ ਬਰਛੇ ਤੇ ਕਿਰਪਾਨਾਂ ਹੀ ਸਨ। ਪਰ ਸਭ ਤੋਂ ਵੱਡਾ ਹਥਿਆਰ ਉਹਨਾਂ ਪਾਸ ਮਰ ਮਿਟਣ ਦਾ ਜਜ਼ਬਾ ਅਤੇ ਸ਼ਹਾਦਤ ਪਾਉਣ ਦੀ ਸਿੱਖ ਸੀ। ਗੁਰੂ ਘਰ ਦਾ ਵੈਰੀ ਅਤੇ ਸਾਹਿਬਜ਼ਾਦਿਆਂ ਦਾ ਕਾਤਲ ਅੱਜ ਅੱਖਾਂ ਦੇ ਸਾਹਮਣੇ ਸੀ। ਚੜ੍ਹਦੇ ਸੂਰਜ ਦੀ ਲਾਲੀ ਵਾਂਗ ਸਿੰਘ ਰੌਹ ਨਾਲ ਲਾਲੋ ਲਾਲ ਹੋਏ ਪਏ ਸਨ। ਅੱਜ ਮੈਦਾਨ 'ਚੋਂ ਜਿਉਂਦਾ ਇੱਕ ਧਿਰ ਹੀ ਵਾਪਸ ਪਰਤੂਗਾ। ਇੱਕ ਵਾਰ ਤਾਂ ਲੜਾਈ ਨੇ ਇਹ ਰੰਗ ਧਾਰ ਲਿਆ ਕਿ ਲੱਗਦਾ ਸੀ ਕਿ ਸ਼ਾਹੀ ਫੌਜ ਹਾਵੀ ਹੋਈ ਕੀ ਹੋਈ। ਪਰ ਦੂਜੇ ਪਾਸੇ ਸਿੰਘ ਨਾ ਹਿੱਲੇ ਨਾ ਥੜਕੇ, ਬਿਲਕੁਲ ਅਡੋਲ ਅਤੇ ਸਾਬਤ ਕਦਮ ਰਹੇ। ਤੋਪਾਂ 'ਚੋਂ ਛੁੱਟੇ ਸੁਰਖ ਹੋਏ ਗਰਾਬਾਂ ਅਤੇ ਭਖਦੀਆਂ ਲੋਹੇ ਦੀਆਂ ਜੰਜੀਰਾਂ ਨੇ ਬੰਦਾ ਸਿੰਘ ਦੇ ਸਿੰਘਾਂ ਦਾ ਬੜਾ ਹੀ ਨੁਕਸਾਨ ਕੀਤਾ। ਦਵੱਲਿਓਂ ਲਾਸ਼ਾਂ ਨਾਲ ਮੈਦਾਨ ਅੱਟ ਗਿਆ। ਸਿੰਘ ਪੁਰਜਾ ਪੁਰਜਾ ਹੋ ਕੇ ਡਿੱਗ ਰਹੇ ਸਨ, ਪਰ ਕੀ ਮਜਾਲ ਕਿਸੇ ਨੇ ਕਦਮ ਪਿਛਾਂਹ ਹਟਾਏ ਹੋਣ। ਹੁਣ ਬੰਦਾ ਸਿੰਘ ਜੋ ਇੱਕ ਉੱਚੀ ਟਿੱਬੀ ਤੋਂ ਲੜਾਈ ਦਾ ਰੰਗ ਢੰਗ ਵੇਖ ਰਿਹਾ ਸੀ, ਘੋੜਾ ਛੇੜ ਕੇ ਆਪ ਭੱਖ ਚੁੱਕੀ ਲੜਾਈ ਵਿਚਕਾਰ ਆ ਗਿਆ। ਸਿੰਘਾਂ ਦਾ ਜੋਸ਼ ਦੂਣ ਸਵਾਇਆ ਹੋ ਗਿਆ। ਫਰਨ ਫਰਨ ਤੇਗਾਂ ਚੱਲਣ ਲੱਗੀਆਂ। ਸਿਰ, ਲੱਤਾਂ, ਬਾਹਾਂ ਅਤੇ ਧੜ ਝੜ ਝੜ ਡਿੱਗਣ ਲੱਗੇ। ਨੇਜੇ ਗਰਚ ਗਰਚ ਸੀਨੇ ਪਾੜ ਰਹੇ ਸਨ। ਕਿਧਰੇ ਕੁੱਲੇ ਅਤੇ ਖੌਦ ਰੁਲ ਰਹੇ ਸਨ। ਕਿਧਰੇ ਸਿੰਘਾਂ ਦੇ ਕੱਟੇ ਹੋਏ ਸੀਸ ਘੋੜਿਆਂ ਦੀਆਂ ਪੌੜਾਂ ਥੱਲੇ ਮਿੱਧੇ ਜਾ ਰਹੇ ਸਨ। ਤੋਪਾਂ ਦੀ ਗੜਗੜਾਹਟ, ਘੋੜਿਆਂ ਦੀ ਹਿਣਹਿਣਾਹਟ, ਹਾਥੀਆਂ ਦੀਆਂ ਚਿੰਗਾੜਾਂ, ਅੱਲਾਹੂ ਅਕਬਰ ਦੇ ਨਾਅਰੇ ਅਤੇ ਸਿੰਘਾਂ ਦੇ ਸਤਿ ਸ਼੍ਰੀ ਅਕਾਲ ਦੇ ਜੈਕਾਰੇ, ਘਾਇਲਾਂ ਦੇ ਹਾਏ ਹਾਏ। ਮੌਤ ਦਾ ਭਿਆਨਕ ਨਾਚ ਮਾਨੋ ਪਰਲੋਂ ਹੀ ਆ ਗਈ ਹੋਵੇ। ਕਿਸੇ ਨੂੰ ਕੁਝ ਸੁੱਝ ਨਹੀਂ ਸੀ ਰਿਹਾ ਕਿ ਕੀ ਹੋਣ ਵਾਲਾ ਹੈ। ਵਜੀਦ ਖਾਂ ਨੇ ਅੱਲਾ ਅਤੇ ਰਸੂਲ ਦਾ ਵਾਸਤਾ ਪਾਇਆ, ਮਲੇਰਕੋਟਲੀਆਂ ਨੂੰ ਉਭਾਰਿਆ, ਮਰਤਬੇ ਵਧਾਉਣ ਦੇ ਵਾਅਦੇ ਨੇ ਅਤੇ ਨਾਲ ਸਿੰਘਾਂ ਦੇ ਵਧ ਰਹੇ ਯਲਗਾਰ ਦਾ ਡਰਾਵਾ ਵੀ ਕਿ ਜੇ ਪੂਰਾ ਤਾਣ ਨਾ ਲਾਇਆ ਅਤੇ ਕਿਸੇ ਕਿਸਮ ਦੀ ਢਿੱਲ ਕੀਤੀ ਤਾਂ ਸਮਝੋ ਸਿੱਖ ਕਾਫਰਾਂ ਦੀ ਤਲਵਾਰ ਤੁਹਾਨੂੰ ਜਿੰਦਾ ਬਚ ਕੇ ਨਹੀਂ ਜਾਣ ਦੇਵੇਗੀ। ਅੱਜ ਦਾ ਦਿਨ ਕਿਆਮਤ ਦਾ ਦਿਨ ਸਮਝੋ। ਜਿੱਤਣ 'ਚ ਹੀ ਸਾਡਾ ਬਚਾਅ ਹੈ। ਹਾਰ ਹੀ ਸ਼ਕਲ ਵਿੱਚ ਆਪਾਂ ਨੇ ਤਾਂ ਮਰਨਾ ਹੀ ਹੈ। ਤੁਹਾਡਾ ਬਾਲ ਬੱਚਾ ਵੀ ਜਿਉਂਦਾ ਨਹੀਂ ਛੱਡਾਂਗੇ। ਤੁਹਾਡੀ ਨਸਲ ਹੀ ਖਤਮ ਹੋ ਜਾਵੇਗੀ। ਇੱਥੋਂ ਨੱਸ ਕੇ ਬਚ ਨਿਕਲਣ ਦਾ ਕੋਈ ਰਾਹ ਨਹੀਂ ਹੈ। ਸੋ ਗਾਜੀਓ, ਤੌਹੀਦ ਦਾ ਨਾਅਰਾ ਮਾਰ ਕੇ ਅੱਗੇ ਵਧੋ, ਵੱਧ ਕੇ ਹੱਥ ਮਾਰੋ। ਦੁਸ਼ਮਣ ਗਿਣਤੀ ਵਿੱਚ ਵੀ ਘੱਟ ਹੈ ਅਤੇ ਉਸ ਪਾਸ ਤੁਹਾਡੇ ਵਰਗੇ ਹਥਿਆਰ ਵੀ ਨਹੀਂ ਹਨ। ਉਹਨਾਂ ਪਾਸ ਕੋਈ ਤੋਪਖਾਨਾ ਨਹੀਂ, ਤੁਹਾਡੇ ਪਾਸ ਵਧੀਆ ਬੰਦੂਕਾਂ ਹਨ। ਉਹਨਾਂ ਦੇ ਤੀਰਾਂ ਤੋਂ ਤੁਹਾਨੂੰ ਕਾਹਦਾ ਡਰ ਹੈ? ਅੱਲਾ ਦੇ ਸ਼ੇਰੋ, ਹੈਦਰੀ ਨਾਅਰਾ ਲਾ ਕੇ ਹੱਥੋਂ ਹੱਥੀ ਫੜ ਲਵੋ। ਫਿਰ ਆਕਾਸ਼ ਕੰਬਾਊ ਨਾਅਰੇ ਗੂੰਜੇ, ਯਾ ਅਲੀ ਯਾ ਅਲੀ। ਲੜਾਈ ਦਾ ਰੁਖ ਹੋਰ ਬਦਲ ਗਿਆ। ਤੇਗਾਂ ਦੀਆਂ ਢਾਲਾਂ 'ਤੇ ਸੱਟਾਂ ਜਿਉਂ ਆਹਰਨ 'ਤੇ ਵਹਾਦ ਦੀਆਂ ਸੱਟਾਂ ਪੈਂਦੀਆਂ ਹਨ, ਇੰਜ ਪੈਣ ਲੱਗੀਆਂ। ਸੂਰਮਿਆਂ ਮਾਰ ਮਾਰ ਢਾਲਾਂ 'ਤੇ ਮੜੇ ਹੋਏ ਗੈਂਡਿਆਂ ਗੋਹਾਂ ਦੇ ਚਮੜੇ ਉਧੇੜ ਸੁੱਟੇ। ਤੇਗਾਂ ਦੇ ਫਲ ਟੁੱਟੇ। ਕਈ ਢਾਲਾਂ ਮਕਈ ਦੇ ਟੁੱਕ ਦੀਆਂ ਬੁਰਕੀਆਂ ਵਾਂਗ ਟੁੱਟ ਟੁੱਟ ਡਿੱਗੀਆਂ। ਇੰਜ ਲੱਗ ਰਿਹਾ ਸੀ ਜਿਵੇਂ ਲੜਾਈ ਸ਼ਿਖਰ 'ਤੇ ਆ ਕੇ ਖਲੋ ਗਈ ਹੈ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਆਪਣੀ ਫੌਜ ਨਾਲ ਸੱਜੇ ਹੱਥ ਸੀ। ਦੀਵਾਨ ਸੁੱਚਾ ਨੰਦ ਖੱਬੇ ਹੱਥ ਵਾਲੀ ਫੌਜ ਦਾ ਕਮਾਂਡਰ ਸੀ ਅਤੇ ਵਜ਼ੀਰ ਖਾਂ ਆਪ ਵਿਚਕਾਰ ਵਾਲੀ ਫੌਜ ਦਾ ਜਰਨੈਲ ਸੀ। ਦੂਜੇ ਪਾਸੇ ਸੱਜੇ ਹੱਥ ਬਾਜ ਸਿੰਘ ਸੁੱਚਾ ਨੰਦ ਦੇ ਸਾਹਮਣੇ, ਵਿਚਕਾਰ ਬੰਦਾ ਸਿੰਘ ਵਜ਼ੀਰ ਖਾਂ ਦੇ ਮੂਹਰੇ ਅਤੇ ਬਾਬਾ ਵਿਨੋਦ ਸਿੰਘ ਖੱਬੇ ਪਾਸੇ ਨਵਾਬ ਮਲੇਰਕੋਟਲੇ ਦੇ ਆਹਮੋ ਸਾਹਮਣੇ।
ਸੁੱਚਾਨੰਦ ਬਾਜ ਸਿੰਘ ਦੇ ਹੱਲਿਆਂ ਅੱਗੇ ਅੜ ਨਾ ਸਕਿਆ ਅਤੇ ਭੱਜ ਖਲੋਤਾ, ਪਰ ਸਿੰਘਾਂ ਨਿਕਲਣ ਨਾ ਦਿੱਤਾ। ਬੁਰੀ ਤਰ੍ਹਾਂ ਜ਼ਖਮੀ ਹੋ ਕੇ ਫੜਿਆ ਗਿਆ। ਸ਼ੇਰ ਮੁਹੰਮਦ ਦਾ ਹੱਥ ਭਾਵੇਂ ਉੱਤੇ ਹੀ ਸੀ, ਪਰ ਉਹ ਵਿਨੋਦ ਸਿੰਘ ਨੂੰ ਪੈਰੋਂ ਨਾ ਹਿਲਾ ਸਕਿਆ। ਉਸਨੇ ਬੜੇ ਜੋਸ਼ ਨਾਲ ਇੱਕ ਤੋਂ ਇੱਕ ਕਰ ਦੇਣ ਵਾਲਾ ਹੱਲਾ ਕੀਤਾ। ਵਿਨੋਦ ਸਿੰਘ ਦੇ ਆਦਮੀ ਜੰਮੇ ਰਹੇ, ਪਰ ਖਾਣ ਦੀ ਪੇਸ਼ ਨਾ ਗਈ। ਆਪਣੇ ਜਵਾਨਾਂ ਨੂੰ ਲਲਕਾਰ ਹੀ ਰਿਹਾ ਸੀ ਕਿ ਜਦ ਉਸਦੇ ਸੀਨੇ 'ਚੋਂ ਗੋਲੀ ਪਾਰ ਹੋ ਗਈ। ਆਗੂ ਮਰਿਆ ਵੇਖ ਕੇ ਉਸਦੇ ਸਿਪਾਹੀ ਬੇਦਲ ਹੋ ਕੇ ਨੱਸ ਹੀ ਰਹੇ ਸਨ ਕਿ ਬਾਜ ਸਿੰਘ, ਜੋ ਸੁੱਚਾਨੰਦ ਦੇ ਆਦਮੀਆਂ ਨੂੰ ਖੇਰੂ ਖੇਰੂ ਕਰ ਚੁੱਕਾ ਸੀ, ਇਹਨਾਂ ਭੱਜਦਿਆਂ ਤੇ ਟੁੱਟ ਪਿਆ। ਪਲ ਭਰ ਵਿੱਚ ਲਾਸ਼ਾਂ ਦੇ ਸੱਥਰ ਵਿਛ ਗਏ। ਹੁਣ ਵਿਨੋਦ ਸਿੰਘ, ਬਾਜ ਸਿੰਘ, ਬੰਦਾ ਸਿੰਘ ਵਾਲੇ ਪਾਸੇ ਹੋਏ ਅਤੇ ਵਜੀਦ ਖਾਂ ਦੇ ਲਸ਼ਕਰ ਨੂੰ ਸੰਨੀ ਵਿੱਚ ਲੈ ਲਿਆ। 12 ਮਈ ਦੀ ਤਿੱਖੜ ਦੁਪਹਿਰ ਆਪਣਾ ਜੋਬਨ ਵਿਖਾ ਰਹੀ ਸੀ ਜਦ ਵਜ਼ੀਰ ਖਾਂ ਮਰਿਆ। ਉਸਦਾ ਸਿਰ ਵੱਢ ਕੇ ਇੱਕ ਸਿੰਘ ਲੈ ਕੇ ਉਸਦੇ ਹਾਥੀ ਤੇ ਚੜ੍ਹ ਗਿਆ ਅਤੇ ਨੇਜੇ ਤੇ ਟੰਗੇ ਸਿਰ ਨੂੰ ਉਤਾਂਹ ਕੀਤਾ। ਜਦ ਉਸਦੇ ਅਫਸਰਾਂ ਅਤੇ ਸਿਪਾਹੀਆਂ ਨੇ ਆਪਣੇ ਆਗੂ ਦਾ ਸਿਰ ਵੱਢਿਆ ਹੋਇਆ ਅਤੇ ਨੇਜੇ ਤੇ ਟੰਗਿਆ ਵੇਖਿਆ ਤਾਂ ਸਭ ਦਿਲ ਹਾਰ ਕੇ ਮੈਦਾਨੋਂ ਸਰਹੰਦ ਵੱਲ ਨੂੰ ਭੱਜ ਤੁਰੇ। ਸਿੰਘਾਂ ਦੇ ਘੋੜਸਵਾਰ ਨੇਜੇ ਤੇਗਾਂ ਲੈ ਕੇ ਮੋਢੀ ਚੜ੍ਹ ਗਏ। ਚੱਪੜਚਿੜੀ ਤੋਂ ਸਰਹਿੰਦ 20 ਕਿਲੋਮੀਟਰ ਹੈ। ਇਹ ਸਾਰਾ ਰਾਹ ਭਗੌੜਿਆਂ ਦੀਆਂ ਲਾਸ਼ਾਂ ਨਾਲ ਅੱਟ ਦਿੱਤਾ। 12 ਮਈ 1710 ਈਸਵੀ ਦੀ ਦੁਪਹਿਰ ਤੱਕ ਇਹ ਲਹੂ ਬੀਟਵੀਂ ਲੜਾਈ ਖਤਮ ਹੋ ਗਈ। ਇਸੇ ਦਿਨ ਰਾਤ ਦੇ ਹਨੇਰੇ ਵਿੱਚ ਸਿੰਘਾਂ ਸਰਹਿੰਦ ਅੱਪੜ ਕੇ ਕਿਲ੍ਹੇ ਨੂੰ ਘੇਰਾ ਪਾ ਲਿਆ। ਅਗਲੇ ਦਿਨ 13 ਮਈ 1710 ਈਸਵੀ ਨੂੰ ਕਿਲ੍ਹੇ ਦੀਆਂ ਦੀਵਾਰਾਂ ਉੱਪਰ ਚੜ੍ਹਾਈਆਂ ਤੋਪਾਂ ਨੇ ਸਿੰਘਾਂ ਦਾ ਬਹੁਤ ਨੁਕਸਾਨ ਕੀਤਾ। ਦੁਪਹਿਰ ਤੱਕ ਸਿੱਖਾਂ ਕਈ ਦਰਵਾਜ਼ੇ ਤੋੜ ਲਏ ਅਤੇ ਫਿਰ ਛੇਤੀ ਹੀ ਕਿਲ੍ਹਾ ਸਰ ਹੋ ਗਿਆ ਅਤੇ ਸਿੱਖ ਸ਼ਹਿਰ ਵਿੱਚ ਵੜ ਗਏ। ਫਿਰ ਖਾਨਦਾਨਾਂ ਦੇ ਖਾਨਦਾਨ ਮਿਟ ਗਏ। ਸ਼ਹਿਰ ਦੀ ਉਹ ਬਰਬਾਦੀ ਹੋਈ ਕਿ ਰਹੇ ਰੱਬ ਦਾ ਨਾਂ। ਸ਼ਹਿਰ 'ਤੇ ਕਿਆਮਤ ਛਾ ਗਈ। ਸਰਕਾਰੀ ਖਜ਼ਾਨਾ ਅਤੇ ਹੋਰ ਕੀਮਤੀ ਮਾਲ ਅਸਬਾਬ, ਜੋ 2 ਕਰੋੜ ਰੁਪਏ ਦੀ ਮਾਲਕੀਅਤ ਦਾ ਸੀ, ਬੰਦਾ ਸਿੰਘ ਦੇ ਹੱਥ ਆਇਆ ਅਤੇ ਇਹ ਲੋਹਗੜ੍ਹ ਵਿਖੇ, ਜਿਸ ਨੂੰ ਬੰਦਾ ਸਿੰਘ ਨੇ ਆਪਣੀ ਰਾਜਧਾਨੀ ਬਣਾਇਆ ਸੀ, ਪਹੁੰਚਾ ਦਿੱਤਾ। ਬਹੁਤ ਸਾਰੇ ਉੱਚ ਪੱਧਰ ਦੇ ਮੁਸਲਮਾਨਾਂ ਨੇ ਸਿੱਖ ਧਰਮ ਕਬੂਲ ਕਰਕੇ ਜਾਨਾਂ ਬਚਾਈਆਂ। ਜਲਾਲ ਖਾਂ ਰੋਹਿਲੇ ਦਾ ਪੁੱਤ ਦੀਨਦਾਰ ਖਾਂ ਅੰਮ੍ਰਿਤ ਛਕ ਕੇ ਦੀਨਦਾਰ ਸਿੰਘ ਬਣ ਗਿਆ। ਇਸੇ ਤਰ੍ਹਾਂ ਸਰਹੰਦ ਦਾ ਦਰਬਾਰੀ ਰੋਜ਼ਾਨਾ ਮਚਾ ਨਵੀਸ ਖਾਂ ਨਸੀਰ ਖਾਂ ਮੀਰ ਨਸੀਰ ਸਿੰਘ ਹੋ ਗਿਆ। ਮੁਗਲ ਰਾਜ ਦੀਆਂ ਫੌਜਾਂ ਨੂੰ ਖਾਲਸੇ ਹੱਥੋਂ ਚੱਪੜਚਿੜੀ ਦੇ ਮੁਕਾਮ 'ਤੇ ਬੜੀ ਵੱਡੀ ਹਾਰ ਹੋਈ ਅਤੇ ਲਗਭਗ ਸਾਰੀ ਫੌਜ ਤਬਾਹ ਕਰ ਦਿੱਤੀ ਗਈ। ਸਰਹੰਦ ਖਾਲਸਾ ਰਾਜ ਵਿੱਚ ਸ਼ਾਮਿਲ ਕੀਤਾ ਗਿਆ। 42 ਦੁਸ਼ਟ ਜ਼ਾਲਮਾਂ ਦੀ ਲਿਸਟ ਵਿੱਚੋਂ ਕੁਝ ਵਿਰਲੇ ਟਾਵੇਂ ਹੀ ਬਚੇ ਸਨ, ਬਾਕੀ ਸਭ ਤਹਿ ਤੇਗ ਕਰ ਦਿੱਤੇ ਗਏ। ਸ਼ਹਿਰ ਦਾ ਕੁਝ ਹਿੱਸਾ ਛੱਡ ਕੇ ਬਾਕੀ ਸਾਰਾ ਹਿੱਸਾ ਬਰਬਾਦ ਕੀਤਾ ਗਿਆ। ਕਿਲ੍ਹੇ ਵਾਲੀ ਥਾਂ, ਜਿੱਥੇ ਅੱਜ ਗੁਰਦੁਆਰਾ ਫਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ, ਬੁਰੀ ਤਰ੍ਹਾਂ ਮਾਰ ਵਿੱਚ ਆਇਆ, ਪਰ ਇਸ ਦੇ ਬਿਲਕੁਲ ਲਾਗੇ ਹੀ ਮੁਜੱਦਦ ਅਲਫਸਾਨੀ ਦੇ ਰੋਜ਼ੇ ਅਤੇ ਮਜ਼ਾਰ ਨੂੰ ਕੁਝ ਨਾ ਕਹਿਣਾ ਇੱਕ ਅਰਥ ਭਰਪੂਰ ਗੱਲ ਹੈ ਕਿ ਸਭ ਸਿਆਪੇ ਦੀ ਜੜ੍ਹ ਦੇ ਨਿਸ਼ਾਨ ਨੂੰ ਬਖਸ਼ ਦਿੱਤਾ ਜਾਵੇ। ਇਸ ਸ਼ੇਖ ਸਰਹੰਦੀ ਨੇ ਸਿੱਖ ਧਰਮ ਨੂੰ ਖਤਮ ਕਰਨ ਲਈ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਅਤੇ ਇਹ ਸਰਹੰਦੀ ਖਣਵਾਂਦਾ ਸਿੱਖ ਧਰਮ ਦਾ ਵੱਡਾ ਵੈਰੀ ਬਣਿਆ ਰਿਹਾ। ਮੁਗਲ ਬਾਦਸ਼ਾਹ ਜਹਾਂਗੀਰ ਤੋਂ ਲੈ ਕੇ ਉਸ ਤੋਂ ਪਿੱਛੋਂ ਹੋਣ ਵਾਲੇ ਸਾਰੇ ਬਾਦਸ਼ਾਹਾਂ ਦੀ ਮੱਤ ਭ੍ਰਿਸ਼ਟ ਕਰਕੇ ਤੁਸਬੀ ਅਤੇ ਜਨੂਨੀ ਬਣਾਉਣ ਵਾਲਾ ਇਹੋ ਟੱਬਰ ਸੀ। ਔਰੰਗਜ਼ੇਬ ਵੇਲੇ ਅਹਿਮਦ ਸਰਹੰਦੀ ਦੇ ਪੋਤਰਿਆਂ ਪੜਪੋਤਰਿਆਂ ਦੇ ਵਾਰੇ ਨਿਆਰੇ ਸਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਲੈ ਕੇ ਸਾਹਿਬਜ਼ਾਦਿਆਂ ਮਾਤਾ ਜੀ ਦੇ ਅੰਤ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰਾਉਣਾ ਪਿੱਛੋਂ ਇਹਨਾਂ ਦੀ ਸੋਚ ਤੇ ਇਹਨਾਂ ਦਾ ਗੁੱਝਾ ਹੱਥ ਹੀ ਕੰਮ ਕਰਦਾ ਸੀ। ਸਿੱਖਾਂ ਨਾਲ ਕਿਸੇ ਕਿਸਮ ਦਾ ਵੈਰ ਇਹਨਾਂ ਨੇ ਨਹੀਂ ਸੀ ਛੱਡਿਆ। ਬੰਦਾ ਸਿੰਘ ਚਾਹੁੰਦਾ ਤਾਂ ਇਸ ਤੁਸਬ ਦੇ ਜ਼ਹਿਰੀਲੇ ਸੋਮੇ ਨੂੰ ਸਦਾ ਲਈ ਸੰਸਾਰ 'ਚੋਂ ਮੁਕਾ ਦਿੰਦਾ। ਇਸ ਦਾ ਨਾਮੋ ਨਿਸ਼ਾਨ ਵੀ ਨਾ ਕਿਧਰੇ ਲੱਭਦਾ। ਇਸ ਨਾਲ ਉਵੇਂ ਹੀ ਕਰ ਸਕਦੇ ਸਨ ਜਿਵੇਂ ਪਿੱਛੋਂ ਸਿੰਘਾਂ ਨਾਸਿਰ ਖਾਂ ਜਲੰਧਰੀਏ ਨਾਲ ਕੀਤੀ ਸੀ, ਜਿਸ ਨੇ ਥੰਮ ਸਾਹਿਬ ਦੀ ਬੇਹੁਰਮਤੀ ਕੀਤੀ ਸੀ। ਬੰਦਾ ਸਿੰਘ ਦਾ ਇਹਨਾਂ ਨੂੰ ਕੁਝ ਨਾ ਕਹਿਣਾ ਸਿੰਘਾਂ ਦੇ ਉਦਾਰਚਿਤ ਹੋਣ ਦੀ ਆਲਾ ਮਿਸਾਲ ਹੈ। ਉਂਝ ਭਾਵੇਂ ਸ਼ੇਖ ਅਹਿਮਦ ਸਰਹੰਦੀ ਦਾ ਪੜਪੋਤਾ ਆਪਣੀਆਂ ਅਤੇ ਆਪਣੇ ਦਾਦੇ ਪੜਦਾਦਿਆਂ ਦੀਆਂ
ਕਾਲੀਆਂ ਕਰਤੂਤਾਂ ਤੋਂ ਡਰਦਾ ਚੱਪੜਚਿੜੀ ਦੀ ਲੜਾਈ ਤੋਂ ਪਹਿਲਾਂ ਹੀ ਆਪਣਾ ਬਾਲ ਬੱਚਾ ਲੈ ਕੇ ਸਰਹੰਦੋਂ ਦਿੱਲੀ ਵੱਲ ਨੂੰ ਭੱਜ ਗਿਆ ਸੀ ਅਤੇ ਫਿਰ ਬਹਾਦਰ ਸ਼ਾਹ ਨੂੰ ਸਰਹਿੰਦ ਦੇ ਮੰਦੇ ਹਾਲ ਹੋਏ ਦੱਸਣ ਲਈ ਵਜ਼ੀਰ ਖਾਂ ਦੇ ਪੁੱਤਰ ਨਾਲ ਅਜਮੇਰ ਜਾ ਬਾਦਸ਼ਾਹ ਨੂੰ ਮਿਲਿਆ ਸੀ। ਇਸਲਾਮ ਦੇ ਵਾਧੇ ਦੀਆਂ ਡੀਂਗਾਂ ਮਾਰਨ ਵਾਲੇ ਤਾਂ ਖਾਲਸੇ ਨੂੰ ਕਾਫਰ ਕੂਕਣ ਵਾਲੇ ਜਰਾ ਕੁਝ ਪਲ ਸਰਹੰਦ ਟਿਕਦੇ ਤਾਂ ਪਤਾ ਲੱਗ ਜਾਂਦਾ ਕਿ ਡਰਨੀਆਂ ਚਾੜ ਬਾਦਸ਼ਾਹਾਂ ਨੂੰ ਤੁਸਬ ਵਿੱਚ ਅੰਨ੍ਹਿਆਂ ਕਰਕੇ ਉਸ ਹੱਥੋਂ ਮਾਸੂਮਾਂ ਦਾ ਖੂਨ ਡੁੱਲ੍ਹਵਾਂ ਇਸਲਾਮ ਨੂੰ ਰੰਗ ਚੜ੍ਹਾਉਣਾ ਅਤੇ ਆਪਣਾ ਹਲਵਾ ਮੰਡਾ ਚਾਲੂ ਰੱਖਣਾ ਕਿਸ ਪਾ ਪੈਂਦਾ ਸੀ। ਇਸਲਾਮ ਦੇ ਨਫੇ ਅਤੇ ਵਾਧੇ ਲਈ ਜੇ ਇਮਾਨਦਾਰੀ ਹੁੰਦੀ ਤਾਂ ਹੱਕ ਅਤੇ ਫਰਜ਼ ਬਣਦਾ ਸੀ ਕਿ ਸ਼ਸਤਰ ਬੰਨ੍ਹ ਕੇ ਚੱਪੜਚਿੜੀ ਦੇ ਮੈਦਾਨ ਵਿੱਚ ਸਨਮੁਖ ਹੋ ਕੇ ਜੂਝ ਮਰਦੇ ਜਾਂ ਸ਼ਹਿਰ ਦੀ ਹਿਫਾਜ਼ਤ ਕਰਦੇ ਮਰ ਜਾਂਦੇ ਜਿਵੇਂ ਹੋਰਨਾਂ ਦੇ ਬੱਚੇ ਮਰਵਾਏ ਸਨ। ਇਸਲਾਮ ਲਈ ਜਰਾ ਆਪਣੇ ਵੀ ਮਰਵਾ ਕੇ ਵੇਖਦੇ ਕਿ ਕਿੰਨਾ ਕੁ ਰੰਗ ਬੱਝਦਾ ਹੈ। ਬੱਚੇ ਮਰਵਾਉਣ ਨੂੰ ਜੀ ਨਹੀਂ ਸੀ ਕਰਦਾ ਤਾਂ ਇੱਕ ਅੱਧਾ ਬੁੱਢਾ ਹੀ ਮਰਵਾ ਕੇ ਵੇਖ ਲੈਂਦੇ ਕਿ ਇਸਲਾਮ 'ਤੇ ਕਿੰਨਾ ਕੁ ਜੋਬਨ ਆਉਂਦਾ ਹੈ। ਉਸ ਵੇਲੇ ਤਾਂ ਖਵਾਜਾ ਮਾਸੂਮ ਦੇ ਟੱਬਰ 'ਤੇ ਕਿੰਨੇ ਹੀ ਜੀ ਕੀੜਿਆਂ ਵਾਂਗ ਤੁਰੇ ਫਿਰਦੇ ਸਨ। ਗੱਲਾਂ ਕਰਨੀਆਂ ਸੁਖਾਲੀਆਂ, ਔਖੇ ਪਾਲਣੇ ਬੋਲ। ਪਰ ਕੌਣ ਮਰਦਾ? ਮਰਨ ਲਈ ਹੁਣ ਤੱਕ ਮੂਰਖ ਬਣਾਏ ਮੁਸਲਮਾਨ ਥੋੜ੍ਹੇ ਸਨ। ਇਹ ਖਾਲਸਾ ਜੀ ਨੂੰ ਹੀ ਤੌਫੀਕ ਹੈ ਕਿ ਜੋ ਸ਼ਸਤਰ ਬੰਨ੍ਹ ਕੇ ਮੂਹਰੇ ਨਹੀਂ ਆਏ ਅਤੇ ਮੁਸੱਲਿਆਂ 'ਤੇ ਮੱਥੇ ਰਗੜਨ ਵਾਲੇ ਹਨ। ਉਂਝ ਭਾਵੇਂ ਤੁਖਣਾ ਦੇਣ ਵਾਲੇ ਅਤੇ ਮਾਨਵਤਾ ਦੇ ਖਲਵਾੜੇ ਨੂੰ ਅੱਗਾਂ ਲਾਉਣ ਵਾਲੇ ਇਹੋ ਹੀ ਹਨ। ਚਲੋ ਬਖਸ਼ ਦਿਓ। ਇਹ ਬਖਸ਼ ਦਿੱਤੇ ਗਏ ਅੱਜ ਵੀ ਬੈਠੇ ਹਨ ਪਰ ਆਪਣਾ ਡੰਗ ਚਲਾਉਣੋਂ ਇਹ ਨਹੀਂ ਹਟੇ। ਅੱਜ ਅਸੀਂ ਭੂਰਿਆਂ ਵਾਲੇ ਰਾਜੇ ਕੀਤੇ ਕਿਤਾਬ ਦੇ 59 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।